हौली हौ मूई, सावरतै संसार। मेरे प्रीतमा मैं तुझ बिन अवर न कोय, मैं तुझ बिन अवर न भावई, तू भावै सुख होए। रहाओ नाम सलाही रंग स्यों, गुर कै शब्द संतोख। जो दीसै सो चलसी, कूड़ा मोह ना वेख। वाट वटाऊ आया, नित चलदा साथ देख। आखण आखें कितड़े, गुर बिन बूझ न होए। नाम वडाई जे मिले, नाम वडाई जे मिलै। सच रपै पत होए, जो तुद भावै से भले। खोटा खरा ना कोय, गुर शरणाई छुटीऐ। मन मुख खोटी रास, अष्ट धात पातशाह की। घड़ियै शब्द विगास, आपे परखे पारखू। पवै खजानै रास, तेरी कीमत ना पवै। सब डिठी ठोक वजाए, कहणै हाथ न लभई। कहणै हाथ न लभई, सच टिकै पत पाए। गुरमत तू सालाहणा, होर कीमत कहण ना जाए। जित तन नाम न भावई, तित तन हਉ मैं वाद। गुर बिन ज्ञान न पाईऐ, बिखिया दूजा साध। बिन गुण काम न आवई, माया फीका साध। आसा अंदर जमिया, आसा रस कस खाए। आसा बंद चलाईऐ, मोह मोह चोटा खाए। अवगण बद्दा मारीऐ, छूटै गुरमत नाए। सर्बे थाई एक तू, ज्यों भावै त्यों राख। गुरमत साचा मन वसै, नाम भलो पत साख। हਉ मैं रोग गवाईऐ, शब्द सच्चै सच भाख। आकाशी पाताल तू, त्रिभवन रहया समाए। आपे भगति भाओ तू, आपे मिलहै मिलाए। नानक नाम न विसुरै, ज्यों भावै तिवै रजाए। वाहिगुरु जी का खालसा, वाहिगुरु जी की फतेह। हाजरा हजूर जुगो जुग अटल, चवर छतर तख्त दे मालक। शब्द गुरु धन धन साहिब श्री गुरु ग्रंथ साहिब महाराज जी दी कोटान कोटान रहमत ते बख्शिश ਦੇ ਨਾਲ ਜੋ ਰੋਜ਼ਾਨਾ ਗਲੋਬਲ ਗੁਰਬਾਣੀ ਵਿਚਾਰ ਵੱਲੋਂ WhatsApp ਗਰੁੱਪ ਤੇ Facebook ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ
ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਕਥਾ ਵਿਚਾਰ ਲੈ ਕੇ ਰੋਜ਼ਾਨਾ ਇੰਡੀਆ ਦੇ ਟਾਈਮ ਸਵੇਰੇ 7:30 ਵਜੇ ਆਪ ਗੁਰੂ ਕੀਆਂ ਪਿਆਰੀਆਂ ਸੰਗਤਾਂ ਦੇ ਸਨਮੁਖ ਹਾਜ਼ਰ ਹੁੰਦੇ ਹਾਂ, ਜਿਸ ਵਿੱਚ ਰੋਜ਼ ਇੱਕ ਸ਼ਬਦ ਦੀ ਵਿਚਾਰ ਕਰ ਰਹੇ ਹਾਂ ਤਾਂ ਕਿ ਗੁਰਬਾਣੀ ਦੀਆਂ ਬਰੀਕੀਆਂ ਸਮਝ ਆਉਣ। ਜਿੰਨੀ ਕੁ ਗਿਆਤ ਹੈ ਉਨਾ ਘੱਟੋ ਘੱਟ ਪ੍ਰਚਾਰ ਤੇ ਪ੍ਰਸਾਰ ਕਰ ਸਕੀਏ, ਤਾਂ ਕਿ ਸਾਡੇ ਜੀਵਨ ਦੇ ਵਿੱਚੋਂ ਗੁਰਮਤਿ ਗੁਰਬਾਣੀ ਦੇ ਦਰਸ਼ਨ ਹੋ ਸਕਣ। ਸੋ ਹੁਣ ਤੱਕ ਸ਼੍ਰੀ ਰਾਗ ਦੇ ਵਿੱਚੋਂ ਸ਼ਬਦ ਨੰਬਰ 12 ਤੱਕ ਅਸ਼ਟਪਦੀਆਂ ਦੇ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 13 ਨੰਬਰ ਸ਼ਬਦ ਹੈ ਅਸ਼ਟਪਦੀਆਂ ਦੇ ਵਿੱਚੋਂ ਸ਼੍ਰੀ ਰਾਗ ਦੇ ਪਾਵਨ ਪੰਨਾ ਨੰਬਰ 61, 61 ਤੋਂ 62 ਤੱਕ ਸੁਭਾਏਮਾਨ ਹੈ। ਸ਼ਬਦ ਦੇ ਕੁੱਲ 9 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ। ਸਾਹਿਬੇ ਕਮਾਲ ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਮੁਖਾਰਬਿੰਦ ਤੋਂ ਉਚਾਰਨ ਹੈ। ਰਹਾਉ ਦਾ ਬੰਦ ਹੈ ਪਾਵਨ ਸ਼ਬਦ ਦਾ, ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ। ਪ੍ਰੀਤਮਾ ਪਰਮਾਤਮਾ ਵਾਹਿਗੁਰੂ ਜੀ ਨੂੰ ਸੰਬੋਧਨ ਕੀਤਾ ਗਿਆ ਹੈ, ਕਿਉਂਕਿ ਅਸੀਂ ਸਾਰੀਆਂ ਜੀਵ ਇਸਤਰੀਆਂ ਹਾਂ। ਸਾਡੀਆਂ ਜੀਵ ਇਸਤਰੀਆਂ ਦਾ ਜੇ ਕੋਈ ਪਤੀ ਪਰਮਾਤਮਾ ਪਤੀ ਹੈ ਤੇ ਉਹ ਪਰਮਾਤਮਾ ਹੈ, ਉਹ ਅਕਾਲ ਪੁਰਖ ਹੈ, ਉਹ ਵਾਹਿਗੁਰੂ ਹੈ। ਤੋ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਕਈ ਵਾਰ ਪਰਮਾਤਮਾ ਨੂੰ ਪ੍ਰੀਤਮ ਕਹਿ ਕੇ ਸੰਬੋਧਨ ਕੀਤਾ ਹੈ। ਸੋ ਇਸ ਰਹਾਉ ਦੇ ਬੰਦ ਦੇ ਵਿੱਚ ਵੀ ਇਹੀ ਗੱਲ ਸਤਿਗੁਰੂ ਜੀ ਸਮਝਾ ਰਹੇ ਨੇ, ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ। ਹੇ ਮੇਰੇ ਅਕਾਲ ਪੁਰਖ ਪ੍ਰੀਤਮ ਪਰਮਾਤਮਾ ਪ੍ਰਭੂ ਜੀ, ਇਸ ਸੰਸਾਰ ਦੇ ਵਿੱਚ ਜਿੱਥੇ ਹਰ ਜਗ੍ਹਾ ਮਾਇਆ ਦਾ ਪਸਾਰਾ ਹੈ, ਮਾਇਆ ਦੇ ਹੱਥ ਤੋਂ ਦੁਨੀਆ ਲੁੱਟਦੀ ਪਈ ਹੈ, ਲੁੱਟੀ ਜਾ ਰਹੀ ਹੈ, ਤੇ ਨਿਤ ਮਾਇਆ ਤੇ ਮੋਹ ਦੀ ਠਗੌਲੀ ਇਹ ਜਿਹੜੀ ਬੂਟੀ ਹੈ ਇਹਨਾਂ ਨੂੰ ਠੱਗ ਰਹੀ ਹੈ। ਤੇ ਜੇ ਇੱਥੋਂ ਕੋਈ ਬਚਾ ਸਕਦਾ ਹੈ ਤੇ ਮੇਰੇ ਪ੍ਰੀਤਮ ਪਰਮਾਤਮਾ ਜੀ ਉਹ ਤੁਸੀਂ ਹੋ। ਤੁਸੀਂ ਹੀ ਇੱਕ ਐਸੇ ਮਹਾਨ ਹੋ ਜੋ ਮੈਨੂੰ ਇਸ ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਸਕਦੇ ਹੋ। ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ। ਇਸ ਕਰਕੇ ਇਹ ਮੇਰੇ ਪ੍ਰੀਤਮ ਪਾਤਸ਼ਾਹ ਜੀ, ਮੈਨੂੰ ਇਹ ਸਮਝ ਆ ਗਈ ਹੈ ਇਸ ਸੰਸਾਰ ਵਿੱਚ ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕੋਈ ਵੀ ਆਸਰਾ ਨਹੀਂ, ਹੋਰ ਕੋਈ ਵੀ ਟਿਕਾਣਾ ਨਹੀਂ। ਤੁਸੀਂ ਹੀ ਕੇਵਲ ਸਮਰੱਥ ਹੋ ਜੋ ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਸਕਦੇ ਹੋ, ਬੁਰੀਆਂ ਵਿਚਾਰਾਂ ਤੋਂ ਬਚਾ ਸਕਦੇ ਹੋ, ਬੁਰੇ ਖਿਆਲਾਂ ਤੋਂ ਬਚਾ ਸਕਦੇ ਹੋ। ਗੱਲ ਕੀ ਮੇਰੇ ਜੀਵਨ ਨੂੰ ਤੁਸੀਂ ਨਿਰਮਲ ਕਰ ਸਕਦੇ ਹੋ। ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵੈ ਸੁਖ ਹੋਏ। ਕਿਉਂਕਿ ਮੇਰੇ ਜੀਵਨ ਵਿੱਚ ਤੇਰੇ ਤੋਂ ਬਿਨਾਂ ਕੋਈ ਵੀ ਜੀਵਨ ਜ਼ਿੰਦਗੀ ਦਾ ਸਵਾਸ ਨਹੀਂ ਹੈ। ਮੈਂ ਤੁਝ ਬਿਨ ਅਵਰ ਨਾ ਕੋਈ, ਅਵਰ ਨਾ ਭਾਵਈ, ਤੇਰੇ ਤੋਂ ਬਿਨਾਂ ਹੋਰ ਮੈਨੂੰ ਕੋਈ ਵੀ ਚੰਗਾ ਨਹੀਂ ਲੱਗਦਾ, ਪਿਆਰਾ ਨਹੀਂ ਲੱਗਦਾ, ਹੋਰ ਕੋਈ ਵੀ ਮੈਨੂੰ ਨਹੀਂ ਭਾਉਂਦਾ। ਤੂੰ ਭਾਵੈ ਸੁਖ ਹੋਏ। ਜਦੋਂ ਤੂੰ ਮੈਨੂੰ ਪਿਆਰਾ ਲੱਗਦਾ ਹੈ, ਜਦੋਂ ਮੈਂ ਤੇਰੀਆਂ ਰਜ਼ਾ ਤੇ ਤੇਰੇ ਭਾਣੇ ਵਿੱਚ ਚੱਲਣ ਦਾ ਪ੍ਰਣ ਕਰਦਾ ਹਾਂ, ਤੂੰ ਮੈਨੂੰ ਹਾਜ਼ਰ ਨਾਜ਼ਰ ਨਜ਼ਰ ਆਉਣਾ ਹੈ, ਉਦੋਂ ਮੇਰੇ ਜੀਵਨ ਵਿੱਚ ਆਤਮਿਕ ਸੁੱਖ ਆਉਂਦਾ ਹੈ, ਉਹ ਮੇਰੇ ਜੀਵਨ ਦੇ ਵਿੱਚ ਆਨੰਦ ਆਉਂਦਾ ਹੈ। ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵੈ ਸੁਖ ਹੋਏ। ਇੱਕ ਪੁਰਾਣਿਆਂ ਸਿੱਖ ਦਾ ਗੁਰੂ ਦੇ ਨਾਲ ਪਰਮਾਤਮਾ ਦੇ ਪ੍ਰਥਾ ਹੈ ਕਿ ਹੇ ਮੇਰੇ ਪਰਮਾਤਮਾ ਜੀ, ਮੇਰੀ ਜ਼ਿੰਦਗੀ ਵਿੱਚ ਮੁਥਾਜੀ ਮੈਂ ਕਿਸੇ ਹੋਰ ਦੀ ਕਦੀ ਝੱਲਦਾ ਹੀ ਨਹੀਂ। ਤੇਰੇ ਬਿਨਾਂ ਮੇਰਾ ਹੋਰ ਕੋਈ ਮਾਲਕ ਹੈ ਹੀ ਨਹੀਂ। ਤੂੰ ਹੀ ਹੈ ਜੋ ਮੈਨੂੰ ਆਤਮਿਕ ਸੁੱਖ ਦੇ ਸਕਦਾ ਹੈ, ਆਤਮਿਕ ਆਨੰਦ ਦੇ ਸਕਦਾ ਹੈ, ਆਤਮਿਕ ਖੇੜਾ ਦੇ ਸਕਦਾ ਹੈ। ਕਿਉਂਕਿ ਤੇਰੇ ਤੋਂ ਬਿਨਾਂ ਇਹ ਸੁੱਖ ਹੋਰ ਕਿਤਿਓਂ ਮਿਲ ਹੀ ਨਹੀਂ ਸਕਦਾ। ਤੂੰ ਭਾਵੈ ਸੁਖ ਹੋਏ। ਕਿਉਂਕਿ ਜਦੋਂ ਮੈਂ ਤੈਨੂੰ ਤੇਰੀ ਰਜ਼ਾ ਦੇ ਵਿੱਚ, ਤੇਰੇ ਭਾਣੇ ਵਿੱਚ ਚੱਲਣ ਦਾ ਪ੍ਰਣ ਕਰਦਾ ਹਾਂ, ਤੂੰ ਮੈਨੂੰ ਚੰਗਾ ਲੱਗਦਾ ਹੈ, ਤਾਂ ਮੈਨੂੰ ਆਤਮਿਕ ਸੁੱਖ ਮਿਲਦਾ ਹੈ, ਸਕੂਨ ਮਿਲਦਾ ਹੈ।
ਰਹਾਓ। ਇਹ ਰਹਾਓ ਦੀਆਂ ਪੰਕਤੀਆਂ ਨੇ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸਾਹਿਬ ਜੀ ਕਿਰਪਾ ਕਰ ਰਹੇ ਨੇ। ਸ਼੍ਰੀ ਰਾਗ ਮਹੱਲਾ ਪਹਿਲਾ। ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਦਪ ਘਰ ਨਾਰ। ਸੁਤ ਦਾ ਅਰਥ ਆ ਪੁੱਤਰ, ਬੰਦਪ ਦਾ ਅਰਥ ਆ ਰਿਸ਼ਤੇਦਾਰ, ਨਾਰ ਦਾ ਅਰਥ ਹੈ ਇਸਤਰੀ, ਤੀਵੀਂ, ਪਤਨੀ ਕਹਿ ਲਓ। ਸਾਹਿਬ ਕਹਿੰਦੇ ਜਿੰਨੇ ਵੀ ਪੁੱਤਰ, ਰਿਸ਼ਤੇਦਾਰ, ਘਰ ਆਦਿਕ, ਇਸਤਰੀਆਂ ਆਦਿਕ ਦੇ ਜਿਹੜੇ ਮੋਹ ਨੇ ਨਾ, ਇਹ ਸਭ ਮਾਇਆ ਦਾ ਮੋਹ ਹੈ। ਇਹ ਸਭ ਤ੍ਰਿਸ਼ਨਾ ਹੈ ਜੋ ਜੀਵਾਂ ਨੂੰ ਵਿਆਪਦੀ ਪਈ ਹੈ। ਹਰ ਮਨੁੱਖ ਇਸ ਮਾਇਆ ਦੇ ਮੋਹ ਦੇ ਖੇਤਰ ਦੇ ਵਿੱਚ ਬੱਝਾ ਪਿਆ ਹੈ। ਜਦ ਤੱਕ ਮਨੁੱਖ ਦੇ ਜੀਵਨ ਵਿੱਚ ਮਾਇਆ ਦਾ ਮੋਹ ਤੇ ਤ੍ਰਿਸ਼ਨਾ ਦੀ ਆਗਿਆ, ਇਹਦੇ ਜੀਵਨ ਦੇ ਵਿੱਚ ਬਹੁਤ ਕਮਜ਼ੋਰੀਆਂ ਰਹਿਣਗੀਆਂ। ਮੈਂ ਹੈਰਾਨ ਹੁੰਨਾ, ਸਤਿਗੁਰੂ ਜੀ ਨੇ ਐਸਾ ਜੀਵਨ ਨਿਯਤ ਕੀਤਾ ਸਿੱਖ ਦਾ ਕਿ ਸਿੱਖ ਕੁਰਬਾਨੀਆਂ ਦੇਣ ਵਾਸਤੇ, ਸ਼ਹੀਦੀਆਂ ਦੇਣ ਵਾਸਤੇ ਬਰਾਬਰ ਗੁਰੂਦੇਵ ਜੀ ਦੇ ਨਾਲ ਆ ਖਲੋਤਾ। ਜੇ ਸਤਿਗੁਰੂ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤਤੀ ਤਵੀ ਦੇ ਉੱਪਰ ਬਿਠਾਏ ਗਏ ਤੇ ਭਾਈ ਦਿਆਲਾ ਜੀ ਵੀ ਪਿੱਛੇ ਨਹੀਂ ਰਹੇ। ਜੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ, ਸਤਿਗੁਰੂ ਕੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵੀ ਸਤਿਗੁਰੂ ਦੇ ਨਾਲ ਐਨ ਬਿਲਕੁਲ ਪੂਰੇ ਉਹਨਾਂ ਦੀ ਪਾਈ ਹੋਈ ਪ੍ਰੀਖਿਆ ਦੇ ਉੱਪਰ ਪੂਰੇ ਮੁਕੰਮਲ ਉਤਰੇ। ਕਿਉਂਕਿ ਸਾਹਿਬਾਂ ਨੇ ਸਿੱਖ ਦੇ ਜੀਵਨ ਵਿੱਚ ਮਾਇਆ ਦੀ ਕਮਜ਼ੋਰੀ ਨਹੀਂ ਸੀ ਰਹਿਣ ਦਿੱਤੀ, ਪੁੱਤਰਾਂ ਦਾ ਮੋਹ ਨਹੀਂ ਸੀ ਰਹਿਣ ਦਿੱਤਾ। ਭਾਈ ਮਨੀ ਸਿੰਘ ਜੀ ਦਾ ਕਿਤੇ ਜੀਵਨ ਪੜ੍ਹ ਕੇ ਦੇਖੋ, ਉਹਨਾਂ ਦੇ ਵਾਹਿਦ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਹੀ 11 ਮੈਂਬਰ ਸ਼ਹੀਦ ਨੇ। ਸਾਰੇ ਦੇ ਸਾਰੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਦੇ ਹੁਕਮਾਂ ਤੇ ਚੱਲ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ। ਐਸਾ ਵੱਡਾ ਪਰਿਵਾਰ, ਐਸਾ ਵੱਡਾ ਜੀਵਨ। ਅਸੀਂ ਤੇ ਸਿਰਫ ਮਾਇਆ ਮੰਗਦੇ ਹਾਂ ਗੁਰੂ ਕੋਲੋਂ। ਅਸੀਂ ਤੇ ਗੁਰੂ ਨੂੰ ਮੱਥਾ ਕੇਵਲ ਪਦਾਰਥਾਂ ਵਾਸਤੇ ਟੇਕਦੇ ਹਾਂ। ਅਸੀਂ ਤੇ ਸਤਿਗੁਰੂ ਨੂੰ ਕੇਵਲ ਸਵਾਰਥ ਵਾਸਤੇ ਮੰਨ ਰਹੇ ਹਾਂ। ਜਿੱਦਣ ਸਾਡੇ ਜੀਵਨ 'ਚੋਂ ਸਵਾਰਥ ਪੂਰਾ ਨਹੀਂ ਹੁੰਦਾ, ਅਸੀਂ ਹੋਰ ਕਿਸੇ ਡੇਰੇ ਤੇ ਤੁਰ ਪੈਂਦੇ ਹਾਂ, ਹੋਰ ਕਿਸੇ ਕਬਰਾਂ ਤੇ ਮੱਥੇ ਟੇਕਣ ਲੱਗ ਪੈਂਦੇ ਹਾਂ, ਹੋਰ ਕਿਸੇ ਬੰਨਿਓ ਸੁਖੜਾਵਾਂ ਸੁੱਖ ਲੈਂਦੇ ਹਾਂ। ਦੇਖੋ ਕੈਸੀ ਦੁਨੀਆ ਨਾ। ਤੁਹਾਨੂੰ ਬੜੇ ਐਸੇ ਲੋਕ ਮਿਲਣਗੇ, ਭਾਈ ਫਲਾਣੇ ਡੇਰੇ ਤੇ ਜਾਈ, ਉੱਥੇ ਬੜਾ ਆਨੰਦ ਮਿਲਦਾ ਈ, ਉੱਥੇ ਬੜੇ ਸੁੱਖ ਮਿਲਦੇ ਈ, ਉੱਥੇ ਹਰ ਇੱਕ ਅਸੀਂ ਫਲਾਨੀ ਸੁਖਣਾ ਮੰਗੀ, ਉੱਥੇ ਪੂਰੀ ਹੋ ਗਈ। ਹੁਣ ਸਾਡੇ ਜੀਵਨ ਦੇ ਵਿੱਚ ਸੁੱਖਾਂ ਦਾ ਆਮਦ ਦੀ ਕਮਜ਼ੋਰੀ ਹੈ। ਅਸੀਂ ਪਦਾਰਥ ਚਾਹੁੰਦੇ ਹਾਂ, ਅਸੀਂ ਅਮੀਰੀ ਚਾਹੁੰਦੇ ਹਾਂ। ਇਸੇ ਕਰਕੇ ਅਸੀਂ ਉਹ ਗੁਰੂ ਦਾ ਦਰ ਛੱਡ ਕੇ ਅਸੀਂ ਐਸੀਆਂ ਜਗ੍ਹਾਵਾਂ ਤੇ ਜਾ ਕੇ ਮੱਥੇ ਟੇਕਣ ਲੱਗ ਪੈਂਦੇ ਹਾਂ। ਕੋਈ ਲਾਡੀ ਸ਼ਾਹ ਨੂੰ ਪੂਜਣ ਲੱਗ ਪੈਂਦਾ ਜਾ ਕੇ, ਕੋਈ ਕਿਤੇ ਤੁਰਿਆ ਫਿਰਦਾ। ਗੱਲ ਪਤਾ ਕੀ ਹੈ, ਇਹ ਸਾਰੀਆਂ ਕਮਜ਼ੋਰੀਆਂ ਨੇ। ਜਦੋਂ ਜੀਵਨ ਦੇ ਵਿੱਚੋਂ ਕਮਜ਼ੋਰੀ ਮੁੱਕ ਜਾਂਦੀ ਹੈ, ਜਦੋਂ ਜੀਵਨ ਦੇ ਵਿੱਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਉਦੋਂ ਹੀ ਅੰਦਰ ਕੁਰਬਾਨੀ ਦਾ ਜਜ਼ਬਾ ਪੈਦਾ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਕਹਿੰਦੇ ਜਿਹਨੇ ਸ਼ਹਾਦਤ ਦੇਣੀ ਹੈ ਨਾ, ਜੋ ਸ਼ਾਹਿਦੀ ਬਣਦਾ ਹੈ, ਸ਼ਾਹਿਦੀ ਦਾ ਅਰਥ ਹੈ ਗਵਾਹੀ, ਜੋ ਸੱਚੀ ਸੱਚ ਦੀ ਗਵਾਹ ਬਣਦਾ ਹੈ, ਜੋ ਸੱਚ ਦੀ ਗਵਾਹੀ ਦਿੰਦਾ ਹੈ, ਉਹ ਉਹੀ ਦੇ ਸਕਦਾ ਹੈ ਜੋ ਮੁਰੀਦ ਆ, ਜਿਹਦੇ ਅੰਦਰੋਂ ਅਵਗੁਣ ਮਿਟ ਗਏ ਨੇ, ਜਿਹਦੇ ਅੰਦਰ ਗੁਣਾਂ ਦਾ ਪ੍ਰਗਾਸ ਹੋ ਗਿਆ, ਜਿਹਦੇ ਅੰਦਰ ਸੱਚ ਟਿਕ ਗਿਆ। ਤੇ ਜਿਹਦੇ ਅੰਦਰ ਹਜੇ ਵੀ ਝੂਠ ਖਲੋਤਾ ਹੈ, ਜੀਵਨ ਦੀਆਂ ਕਮਜ਼ੋਰੀਆਂ ਖਲੋਤੀਆਂ ਨੇ, ਮਾਇਆ ਦੀ ਤ੍ਰਿਸ਼ਨਾ ਖਲੋਤੀ ਹੈ, ਉਹ ਮਨੁੱਖ ਸੱਚ ਨਾਲ ਕਿਵੇਂ ਖੜੇਗਾ? ਕਿਵੇਂ ਉਹ ਸੱਚ ਉੱਤੇ ਪਹਿਰਾ ਦੇਵੇਗਾ? ਕਿਵੇਂ ਸੱਚ ਨਾਲ ਡਟ ਕੇ ਖਲੋਵੇਗਾ? ਉਹ ਬਾਰ-ਬਾਰ ਡਿੱਗੇਗਾ, ਡੋਲੇਗਾ, ਕਿਉਂਕਿ ਉਹਦੇ ਜੀਵਨ ਦੇ ਵਿੱਚ ਪਦਾਰਥ ਆ। ਉਹਨੂੰ ਕੇਵਲ ਪਦਾਰਥਾਂ ਦੇ ਸੁੱਖ ਚਾਹੀਦੇ ਨੇ। ਇਹ ਤੋਂ ਜੇ ਧੀਰ ਸਿੰਘ ਵਰਗੇ ਦੀਆਂ ਸਾਖੀਆਂ, ਜਿਹੜੇ ਸਤਿਗੁਰੂ ਵਾਸਤੇ ਮਿਟਣ ਵਾਸਤੇ, ਇੱਕ ਗੋਲੀ ਦੀ ਪਰਖ ਵਾਸਤੇ ਆਪਣੇ ਆਪ ਨੂੰ ਨਿਸ਼ਾਵਰ ਕਰਨ ਵਾਸਤੇ ਤਿਆਰ ਸਨ, ਕਿਉਂਕਿ ਉਹ ਲੋਕ ਸਨ ਜਿਨ੍ਹਾਂ ਦੇ ਜੀਵਨ ਵਿੱਚ ਕਮਜ਼ੋਰੀਆਂ ਨਹੀਂ ਸੀ, ਜਿਨ੍ਹਾਂ ਦੇ ਜੀਵਨ ਵਿੱਚ ਤ੍ਰਿਸ਼ਨਾ ਨਹੀਂ ਸੀ। ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਦਪ ਕਰ ਨਾਰ। ਸਾਹਿਬ ਕਹਿੰਦੇ ਜਿਹਦੇ ਜੀਵਨ ਦੇ ਵਿੱਚ ਤ੍ਰਿਸ਼ਨਾ ਹੋਰ ਦੀ ਤੜਫਿਆ, ਨਿਤ ਉਹ ਮਾਇਆ ਦੇ ਮੋਹ ਦੇ ਵਿੱਚ ਗਲਤਾਨ ਆ, ਤੋ ਸਾਹਿਬ ਕਹਿੰਦੇ ਐਸੇ ਨੂੰ ਪੁੱਤਰ ਦੀਆਂ ਕਮਜ਼ੋਰੀਆਂ ਸੁਤ ਬੰਦਪ ਕਰ ਨਾਰ। ਜੋ ਭਰੋਸਾ ਹੀ ਰਿਸ਼ਤੇਦਾਰਾਂ ਦਾ ਬਣਾ ਕੇ ਬੈਠਾ ਹੋਵੇ ਤੇ ਜਿਹਦੀ ਜ਼ਿੰਦਗੀ ਵਿੱਚ ਔਰਤਾਂ ਦਾ ਮੋਹ ਮਾਇਆ ਹੋਵੇ, ਤੋ ਸਾਹਿਬ ਕਹਿੰਦੇ ਐਸਾ ਮਨੁੱਖ ਕਿਵੇਂ ਸੱਚ ਦੀ ਗੱਲ ਕਹੇਗਾ? ਐਸਾ ਮਨੁੱਖ ਕਿਵੇਂ ਸੱਚ ਨਾਲ ਖਲੋ ਸਕੇਗਾ? ਧਨ ਜੋਬਨ ਜਗ ਠੱਗਿਆ, ਲੱਭ ਲੋਭ ਅਹੰਕਾਰ। ਧਨ ਨੰਨੇ ਨੂੰ ਸਿਹਾਰੀ ਹੈ, ਭਾਵ ਅਰਥ ਹੈ ਧਨ ਨੇ, ਜੋਬਨ
ਨੰਨੇ ਨੂੰ ਫਿਰ ਸਿਹਾਰੀ ਹੈ, ਅਰਥਿਆ ਜਵਾਨੀ ਨੇ, ਜੋਬਨ ਨੇ। ਲੱਭ ਬੱਬੇ ਨੂੰ ਫਿਰ ਸਿਹਾਰੀ ਹੈ, ਫਿਰ ਅਰਥਿਆ ਲੱਭ ਨੇ। ਲੋਭ ਲੋਭ ਨੇ। ਅਹੰਕਾਰ ਆਰੇ ਨੂੰ ਸਿਹਾਰੀ ਅਹੰਕਾਰ ਨੇ। ਸਾਹਿਬ ਕਹਿੰਦੇ ਜਿਸ ਜਵਾਨੀ ਨੂੰ ਧਨ ਨੇ, ਲੋਭ ਨੇ, ਅਹੰਕਾਰ ਨੇ ਲੁੱਟ ਲਿਆ ਹੋਵੇ, ਜਿਹਦੀ ਜਵਾਨੀ ਧਨ ਜੋਬਨ ਅਹੰਕਾਰ ਦੇ ਵਿੱਚ ਲੁੱਟੀ ਗਈ ਹੋਵੇ, ਉਹ ਮਨੁੱਖ ਕਿਵੇਂ ਜਵਾਨੀ ਦੀਆਂ ਉਹਨਾਂ ਉਸ ਜਵਾਨੀ ਦੀ ਖੁਸ਼ਬੂ ਨੂੰ ਸੱਚ ਵਾਸਤੇ ਵਰਤੇਗਾ। ਜਿਹਦੀ ਜਵਾਨੀ ਹੀ ਵਿਕ ਗਈ ਹੈ, ਜਿਹਦਾ ਜੋਬਨ ਨਸ਼ਿਆਂ ਦੇ ਵਿੱਚ ਵੇਚ ਦਿੱਤਾ ਹੈ, ਜਿਹਨੇ ਆਪਣੀ ਜਵਾਨੀ ਸ਼ਰਾਬਾਂ ਦੀਆਂ ਬੋਤਲਾਂ ਵਿੱਚ ਵੇਚ ਦਿੱਤੀ ਹੈ, ਉਹ ਮਨੁੱਖ ਕਿਵੇਂ ਸੱਚ ਦਾ ਹੋਕਾ ਦੇਵੇਗਾ। ਧਨ ਜੋਬਨ ਜਗ ਠੱਗਿਆ, ਲੱਭ ਲੋਭ ਅਹੰਕਾਰ। ਸਾਹਿਬ ਕਹਿੰਦੇ ਇਸ ਧਨ ਨੇ, ਇਸ ਲੋਭ ਨੇ, ਇਸ ਅਹੰਕਾਰ ਨੇ ਸਾਰੀ ਜਵਾਨੀ ਲੁੱਟੀ ਹੈ, ਸਾਰੇ ਜਗਤ ਨੂੰ ਲੁੱਟ ਲਿਆ। ਮੋਹ ਠਗੌਲੀ ਹਉ ਮੂਈ, ਸਾਵਰਤੈ ਸੰਸਾਰ। ਠਗੌਲੀ ਦਾ ਅਰਥ ਆ ਠੱਗ ਰੂਪੀ ਬੂਟੀ। ਐਸੀ ਸੋਹਣੀ ਹੈ ਜਿਹੜੀ ਹੈ ਜ਼ਹਿਰ ਨਾਲ ਭਰੀ, ਤੇ ਮਨੁੱਖ ਇਸ ਬੂਟੀ ਨੂੰ ਖਾ ਰਿਹਾ ਹੈ, ਇਹਦੇ ਹੱਥੋਂ ਠੱਗਿਆ ਜਾ ਰਿਹਾ। ਉਹ ਬੂਟੀ ਕਿਹੜੀ ਹੈ? ਮੋਹ ਦੀ। ਵੇਖਣ ਨੂੰ ਉਹਦੇ ਵਿੱਚ ਬੜੀ ਪਕੜ ਆ, ਵੇਖਣ ਨੂੰ ਬੜਾ ਪਿਆਰ ਆ ਉਹਦੇ ਵਿੱਚ, ਪਰ ਉਹਦੇ ਵਿੱਚ ਇੱਕ ਤੜਫ ਨਹੀਂ, ਇੱਕ ਐਸੀ ਮੋਹ ਪਕੜ ਹੈ ਕਿ ਜੇ ਮੇਰੇ ਤੋਂ ਕੋਈ ਖੋਹ ਨਾ ਲਵੇ। ਇਸੇ ਕਰਕੇ ਮੋਹ ਦੇ ਵਿੱਚ ਵੱਜੇ ਹੋਏ ਲੋਕਾਂ ਨੇ ਬਹੁਤ ਨੁਕਸਾਨ ਕੀਤਾ ਹੈ। ਸਤਿਗੁਰੂ ਸਾਹਿਬਾਨ ਨੇ ਬਾਰ-ਬਾਰ ਮੈਂ ਬੇਨਤੀ ਕਰ ਰਿਹਾ, ਛੋਟੇ ਸਾਹਿਬਜ਼ਾਦਿਆਂ ਦਾ ਜਨਮ ਪੁਰਬ ਹੈ, ਪ੍ਰਕਾਸ਼ ਪੁਰਬ ਹੈ, ਅਸੀਂ ਉਹਨਾਂ ਦਾ ਸ਼ਹੀਦੀ ਪੁਰਬ ਵੀ ਮਨਾਉਣਾ ਹੈ। ਕਿਤੇ ਉਹਨਾਂ ਦੇ ਜੀਵਨ ਦੀ ਮੈਂ ਹੈਰਾਨ ਹੁੰਦਾ, ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਕਹਾਣੀਆਂ ਸੁਣਾ ਦੇਣੀਆਂ, ਸਾਖੀਆਂ ਸੁਣਾ ਦੇਣੀਆਂ, ਤੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਲਖਤੇ ਜ਼ਿਕਰ ਨੂੰ ਪੰਥ ਕੌਮ ਵਾਸਤੇ ਵਾਰ ਦੇਣਾ ਬੜੀ ਵੱਡੀ ਗੱਲ ਹੈ, ਬੜੀ ਵੱਡੀ ਬਾਤ ਆ। ਸਾਡੇ ਵਰਗਾ ਤੇ ਕਿਤੇ ਹੱਥਾਂ 'ਚ ਕੰਡਾ ਚੁੱਭ ਜੇ ਤੇ ਅਸੀਂ 2 ਦਿਨ ਰੋਂਦੇ ਰਹਿੰਦੇ ਹਾਂ। ਸਾਡੇ ਜੀਵਨ ਦੇ ਵਿੱਚ ਤੇ ਆਪਣੇ ਪੁੱਤਰ ਦਾ ਮੋਹ ਹੈ, ਆਪਣੀਆਂ ਬੱਚੀਆਂ ਦਾ ਮੋਹ ਹੈ। ਸਾਰਾ ਦਿਨ ਮਨੁੱਖ ਕੀ ਕਰ ਰਿਹਾ? ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁਦਾਰਾ ਪਿਆਨ ਲੁਟਾਵੇ। ਆਹ ਬੇਈਮਾਨੀਆਂ, ਠੱਗੀਆਂ, ਠੌਰੀਆਂ ਕਰਕੇ ਧਨ ਜਿਹੜਾ ਕਮਾ ਕੇ ਲਿਆ ਰਿਹਾ ਹੈ, ਕਿਹਦੇ ਵਾਸਤੇ? ਪੁੱਤਰ ਦੇ ਮੋਹ ਦੇ ਵਿੱਚ, ਪਤਨੀ ਦੇ ਮੋਹ ਦੇ ਵਿੱਚ, ਪਦਾਰਥਾਂ ਦੇ ਮੋਹ ਦੇ ਵਿੱਚ ਇਹ ਸਭ ਕੁਝ ਲਿਆ ਕੇ ਇੱਥੇ ਲੁਟਾ ਰਿਹਾ ਹੈ। ਜੀਵਨ ਸੱਚ ਤੇ ਖਲੋਤਾ ਹੀ ਨਹੀਂ। ਮੋਹ ਠਗੌਲੀ ਹਉ ਮੂਈ, ਸਾਵਰਤੈ ਸੰਸਾਰ। ਸਾਹਿਬ ਕਹਿੰਦੇ ਨੇ ਜਿਹੜੀ ਮੋਹ ਦੀ ਬੂਟੀ ਆ ਨਾ, ਇਹ ਸਾਰਾ ਜਗਤ ਪੀ ਰਿਹਾ ਹੈ, ਤੇ ਇਸ ਮੋਹ ਦੀ ਠੱਗ ਬੂਟੀ ਨੇ, ਸਾਹਿਬ ਕਹਿੰਦੇ ਮੈਨੂੰ ਵੀ ਕਿਤੇ ਨਾ ਕਿਤੇ ਠੱਗ ਲਿਆ। ਇਹ ਮੋਹ ਦੀ ਠੱਗ ਬੂਟੀ ਸਾਰੇ ਸੰਸਾਰ ਦੇ ਵਿੱਚ ਆਪਣਾ ਜ਼ੋਰ ਪਾ ਰਹੀ ਹੈ, ਤੇ ਸਾਰਾ ਸੰਸਾਰ ਇਸ ਮੋਹ ਦੀ ਬੂਟੀ ਦਾ ਨਸ਼ੇ ਦੇ ਵਿੱਚ ਇਹਦਾ ਦੀਵਾਨਾ ਹੋਇਆ ਫਿਰਦਾ ਹੈ। ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ। ਹੇ ਮੇਰੇ ਪ੍ਰਮਾਤਮਾ ਪ੍ਰੀਤਮ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਜੋ ਇਸ ਮਾਇਆ ਦੀ ਬੂਟੀ ਤੋਂ ਬਚਾ ਸਕੇ। ਤੂੰ ਹੀ ਕਿਰਪਾ ਕਰ, ਕਿਉਂਕਿ ਮੈਨੂੰ ਤੇ ਕੇਵਲ ਤੂੰ ਹੀ ਸਮਰੱਥ ਦਿਸਦਾ ਹੈ, ਮੁਕੰਮਲ ਦਿਸਦਾ ਹੈ, ਪੂਰਨ ਦਿਸਦਾ ਹੈ, ਜੋ ਮੈਨੂੰ ਇਸ ਮਾਇਆ ਦੇ ਮੋਹ ਦੀ ਬੂਟੀ ਤੋਂ ਬਚਾ ਸਕਦਾ ਹੈ। ਕਿਉਂਕਿ ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵੇਂ ਸੁਖ ਹੋਏ। ਕਿਉਂਕਿ ਮੈਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਵੀ ਪਿਆਰਾ ਲੱਗਦਾ ਹੀ ਨਹੀਂ। ਤੂੰ ਹੀ ਮੇਰੇ ਜੀਵਨ ਦਾ ਆਧਾਰ ਹੈ, ਤੂੰ ਹੀ ਮੇਰੇ ਜੀਵਨ ਦਾ ਆਸਰਾ ਹੈ। ਜਦੋਂ ਤੋਂ ਮੈਂ ਤੈਨੂੰ ਪਿਆਰ ਕਰਦਾ ਹਾਂ, ਤੂੰ ਮੈਨੂੰ ਪਿਆਰਾ ਲੱਗਦਾ ਹੈ, ਮੈਨੂੰ ਆਤਮਿਕ ਸੁੱਖ ਮਿਲਦਾ ਹੈ, ਆਨੰਦ ਮਿਲਦਾ ਹੈ, ਖੇੜਾ ਮਿਲਦਾ ਹੈ। ਰਹਾਉ, ਇਹ ਰਹਾਉ ਦਾ ਬੰਦ ਹੈ। ਅਗਲਾ ਦੂਸਰਾ ਬੰਦ ਹੈ ਪਾਵਨ ਸ਼ਬਦ ਦਾ। ਨਾਮ ਸਲਾਹੀ ਰੰਗ ਸਿਉ, ਗੁਰ ਕੈ ਸ਼ਬਦ ਸੰਤੋਖ। ਸਲਾਹੀ ਦਾ ਅਰਥ ਆ ਸਿਫਤ ਸਲਾਹ ਕਰਾਂ, ਰੰਗ ਸਿਉ ਸੱਚੇ ਪ੍ਰਮਾਤਮਾ ਦੇ ਪ੍ਰੇਮ ਰੂਪੀ ਰੰਗ ਦੇ ਵਿੱਚ ਰੰਗ ਕੇ। ਸਾਹਿਬ ਕਹਿੰਦੇ ਹੇ ਮਨ, ਗੁਰੂ ਦੇ ਸ਼ਬਦ ਦੇ ਰਾਹੀਂ, ਦੇਖੋ ਜਿਹੜੇ ਤਕਰੀਬਨ ਰੋਜ਼ਾਨਾ ਸਰੋਤੇ ਨੇ WhatsApp ਤੇ ਸੁਣ ਰਹੇ ਨੇ ਗਲੋਬਲ ਗੁਰਬਾਣੀ ਵਿਚਾਰ ਦੀ ਇਸ ਸੇਵਾ ਨੂੰ, ਇੱਕ ਗੱਲ ਸਮਝ ਆਉਂਦੀ ਹੋਵੇਗੀ, ਹਰ ਗੱਲ, ਹਰ ਜਿਹੜਾ ਵੀ ਸ਼ਬਦ ਆਪਾਂ ਹੁਣ ਤੱਕ ਵਿਚਾਰਿਆ, ਉਹਦੇ ਵਿੱਚ ਕਿਤੇ ਵੀ ਦੇਹ ਨੂੰ ਪ੍ਰਮੋਟ ਨਹੀਂ ਕੀਤਾ ਗਿਆ, ਕਿਤੇ ਵੀ ਗੁਰੂ ਦੇਹ ਨੂੰ ਬਣਾ ਕੇ ਨਹੀਂ ਸਾਬਤ ਕੀਤਾ ਗਿਆ। ਜਦੋਂ ਵੀ ਗੁਰੂ ਦੀ ਗੱਲ ਕੀਤੀ ਹੈ ਤੇ ਨਾਲ ਸ਼ਬਦ ਦੀ ਗੱਲ ਕੀਤੀ ਹੈ, ਗੁਰ ਕੈ ਸ਼ਬਦ ਸੰਤੋਖ।
ਕਹਿੰਦੇ ਦੇਹ ਦੇ ਪਿੱਛੇ ਲੱਗ ਕੇ ਨਹੀਂ ਭਾਈ ਗੱਲ ਬਣਨੀ, ਜਦ ਤੱਕ ਤੂੰ ਸ਼ਬਦ ਦੀ ਵਿਚਾਰ ਨੂੰ ਜੀਵਨ ਵਿੱਚ ਨਹੀਂ ਵਸਾਉਂਦਾ। ਤੋ ਇੱਥੇ ਵੀ ਇਹੀ ਗੱਲ ਗੁਰੂ ਸਾਹਿਬ ਸਮਝਾ ਰਹੇ, ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ। ਸ਼ਬਦ ਦੱਦੇ ਨੂੰ ਸਿਆਰੀ ਹੈ। ਕਹਿੰਦੇ ਗੁਰੂ ਜੀ ਦੇ ਸ਼ਬਦ ਦੇ ਰਾਹੀਂ ਹੀ, ਗੁਰੂ ਦੀ ਮਤ ਨੂੰ ਫਾਲੋ ਕੀਤਿਆਂ ਹੀ ਅੰਦਰ ਸੰਤੋਖ ਦੀਆਂ ਬਿਰਤੀਆਂ ਪੈਦਾ ਹੁੰਦੀਆਂ ਨੇ, ਕਿਉਂਕਿ ਸਤਿਗੁਰੂ ਕਾ ਸ਼ਬਦ ਹੀ ਜੀਵਨ ਨੂੰ ਸਵਾਰਦਾ ਹੈ। ਇਹ ਸਮਝਾਉਂਦਾ ਹੈ ਸੰਤੋਖ ਦੇ ਵਿੱਚ ਰਹਿ, ਉਹਦੇ ਹੁਕਮ 'ਚ ਰਹਿ, ਉਹਦੀ ਰਜ਼ਾ 'ਚ ਰਹਿ। ਜਿੱਥੇ ਮੋਹ ਹੈ ਨਾ, ਉੱਥੇ ਸੰਤੋਖ ਨਹੀਂ ਹੋ ਸਕਦਾ। ਜਿੱਥੇ ਮਨੁੱਖ ਦੇ ਅੰਦਰ ਲੋਭ ਹੈ, ਉੱਥੇ ਸੰਤੋਖ ਕਿੱਥੋਂ ਪੈਦਾ ਹੋ ਜਾਵੇਗਾ। ਜਿਹਦੇ ਅੰਦਰ ਸੰਤੋਖ ਹੈ ਉਹੀ ਮਨੁੱਖ ਰਾਜਾ ਹੈ। ਸਤਿਗੁਰੂ ਕਹਿੰਦੇ ਰਾਜਾ ਤੇ ਸਾਰੀ ਦੁਨੀਆ ਨੂੰ ਕਹੀ ਜਾਂਦੇ ਨੇ, ਪਰ ਜਿਸ ਨਾਮ ਹਿਰਦੇ ਸੋਈ ਵਡ ਰਾਜਾ। ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਹੁਕਮ ਵਸ ਗਿਆ, ਸਭ ਕਹਿੰਦੇ ਮੈਂ ਤੇ ਉਹਨੂੰ ਹੀ ਰਾਜਾ ਮੰਨਦਾ। ਸੰਤੋਖ ਬਹੁਤ ਵੱਡੀ ਕਲਾ ਹੈ, ਬਹੁਤ ਔਖੀ ਆਉਂਦੀ ਹੈ। ਅਸੀਂ ਕੇਵਲ ਗੱਲਾਂ ਕਰਦੇ ਹਾਂ ਸੰਤੋਖ ਦੀ। ਸਾਡੀ ਹਾਲਤ ਉਹ ਲੂੰਬੜੀ ਵਾਲੀ ਹੈ ਜਿਹੜੀ ਪਕੜ ਤੇ ਅੰਗੂਰਾਂ ਦੇ ਪੂਰੀ ਬਣਾਉਣੀ ਚਾਹੁੰਦੀ ਹੈ, ਪਰ ਜਦੋਂ ਹੱਥ 'ਚ ਨਹੀਂ ਆਉਂਦੇ ਉਦੋਂ ਕਹਿੰਦੀ ਹੈ ਥੂ ਕੌੜੀ। ਇਵੇਂ ਹੀ ਸਾਡੀ ਜ਼ਿੰਦਗੀ ਹੈ। ਅਸੀਂ ਉਦੋਂ ਤੱਕ ਤੇ ਪੂਰੇ ਹੱਥ ਪੈਰ ਮਾਰਦੇ ਹਾਂ ਜਦ ਤੱਕ ਸਾਡੇ ਵੱਜਣੇ ਚਾਹੀਦੇ ਨੇ, ਜਦ ਤੱਕ ਸਾਡੇ ਅੰਦਰ ਲਾਲਸਾ ਹੈ, ਲੋਭ ਹੈ। ਜਦੋਂ ਸਾਨੂੰ ਨਹੀਂ ਮਿਲਦਾ ਫਿਰ ਅਸੀਂ ਕਹਿੰਦੇ ਮੈਂ ਤੇ ਭਾਈ ਸੰਤੋਖ ਰੱਖਦੇ। ਸਤਿਗੁਰੂ ਕਹਿੰਦੇ ਸਿੱਖ ਦਾ ਜੀਵਨ ਹੀ ਸੰਤੋਖੀ ਹੈ। ਸਿੱਖ ਦਾ ਜੀਵਨ ਹੀ ਗੁਰੂ ਦੇ ਹੁਕਮ ਤੇ ਹੈ। ਇਹ ਨਹੀਂ ਕਿ ਸਿੱਖ ਨੇ ਕਿਰਤ ਨਹੀਂ ਕਰਨੀ, ਇਹ ਨਹੀਂ ਕਿ ਸਿੱਖ ਨੇ ਮਿਹਨਤ ਨਹੀਂ ਕਰਨੀ। ਸਿੱਖ ਨੇ ਕਿਰਤ ਕਰਨੀ ਹੈ, ਮਿਹਨਤ ਕਰਨੀ ਹੈ, ਪਰ ਸੱਚ ਦੀ ਕਰਨੀ ਹੈ। ਆਪਣੀ ਫਰਜ਼ ਨਿਭਾਉਣਾ ਹੈ, ਆਪਣੀ ਮਿਹਨਤ ਸੱਚ ਦੀ ਸੱਚੀ ਸੁੱਚੀ ਕਰਨੀ ਹੈ, ਪਰ ਉਹਦੇ ਵਿੱਚ ਸੰਤੋਖ ਰੱਖਣਾ ਹੈ। ਫਿਰ ਬੜਾ ਆਨੰਦ ਆ, ਬੜੀ ਬਰਕਤ ਆ, ਬੜਾ ਸਹਿਜ ਆ। ਪਰ ਇਹ ਸੰਤੋਖ ਦੀ ਪਰਿਭਾਸ਼ਾ ਕਿੱਥੋਂ ਮਿਲਦੀ ਹੈ? ਗੁਰ ਕੈ ਸ਼ਬਦ ਸੰਤੋਖ। ਗੁਰੂ ਦੇ ਸ਼ਬਦ ਵਿੱਚ ਚੱਲਿਆ, ਗੁਰੂ ਦੇ ਹੁਕਮ ਦੇ ਉੱਤੇ ਤੁਰਿਆ, ਗੁਰੂ ਦੇ ਮੱਤ ਤੇ ਤੁਰਿਆ, ਮਨੁੱਖ ਦੇ ਅੰਦਰ ਸੰਤੋਖ ਆਉਂਦਾ ਹੈ ਤੇ ਤ੍ਰਿਸ਼ਨਾ ਦੇ ਪੰਜੇ ਦੇ ਵਿੱਚੋਂ ਆ ਜਿਹੜੀ ਹੋਰ ਦੀ ਤੜਫ ਆ ਨਾ, ਇਹਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਗੁਰਸਿੱਖ, ਤੇ ਇਹਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਲ ਸੱਚਾ ਤੇ ਸੁੱਚਾ ਪ੍ਰੇਮ ਬਣ ਜਾਂਦਾ ਹੈ। ਫਿਰ ਇਹ ਮਨ ਹਰ ਵਕਤ ਨਿਰੰਕਾਰ ਦੇ ਹੀ ਗੁਣ ਗਾਉਂਦਾ ਹੈ, ਉਹਦੀ ਹੀ ਸਿਫਤ ਸਲਾਹ ਕਰਦਾ ਹੈ। ਫਿਰ ਇਹਨੂੰ ਸਮਝ ਪੈ ਜਾਂਦੀ ਹੈ ਜੋ ਦੀਸੈ ਸੋ ਚੱਲ ਸੀ, ਕੂੜਾ ਮੋਹ ਨਾ ਵੇਖ। ਕੂੜਾ ਦਾ ਅਰਥ ਆ ਝੂਠਾ, ਨਾਸ਼ਵੰਤ, ਮਿਟਣ ਵਾਲਾ। ਸਭ ਕਹਿੰਦੇ ਇਹ ਜਿਹੜਾ ਸੰਸਾਰ ਦੇ ਵਿੱਚ ਜੋ ਕੁਝ ਤੂੰ ਵੇਖ ਰਿਹਾ ਨਾ, ਜੋ ਦਿਸੈ, ਜੋ ਵੇਖ ਰਿਹਾ, ਸੋ ਚੱਲ ਸੀ। ਹਰ ਕਿਸੇ ਨੇ ਬਿਨਸ ਜਾਣਾ ਹੈ, ਹਰ ਇੱਕ ਚੀਜ਼ ਮਿਟ ਰਹੀ ਹੈ। ਕੂੜਾ ਮੋਹ ਨਾ ਵੇਖ। ਕਹਿੰਦੇ ਇਸ ਨਾਸ਼ਵੰਤ ਮੋਹ ਨੂੰ ਨਾ ਵੇਖ, ਇਹਦੇ ਪਿੱਛੇ ਨਾ ਲੱਗ। ਵਾਟ ਵਟਾਊ ਆਇਆ ਨਿਤ ਚੱਲਦਾ ਸਾਥ ਦੇਖ। ਵਾਟ ਦਾ ਅਰਥ ਆ ਵੇ, ਪਾਥ, ਰਸਤਾ। ਵਟਾਊ ਦਾ ਅਰਥ ਆ ਰਾਹੀ, ਉਸ ਰਸਤੇ ਤੇ ਚੱਲਣ ਵਾਲਾ, ਉਸ ਪਾਥ ਤੇ ਚੱਲਣ ਵਾਲਾ, ਵੇ ਦੇ ਉੱਪਰ ਤੁਰਨ ਵਾਲਾ। ਆਇਆ ਦਾ ਅਰਥ ਆ ਆਇਆ ਹੈ। ਇਹ ਨਿਤ ਚੱਲਦਾ ਸਾਥ ਨਾ ਦੇਖ। ਸਭ ਕਹਿੰਦੇ ਜੀਵ ਇਸ ਰਸਤੇ ਤੇ ਆ ਜੋ ਜ਼ਿੰਦਗੀ ਸੰਸਾਰ ਦੀ ਮਿਲੀ ਆ ਨਾ, ਇਸ ਰਸਤੇ ਉੱਪਰ ਇੱਕ ਮੁਸਾਫਰ ਹੈ, ਇੱਕ ਸਟ੍ਰੇਂਜਰ ਹੈ। ਹਰ ਇੱਕ ਨੇ ਇੱਥੇ ਜੋ ਆਇਆ ਹੈ, ਹਰ ਇੱਕ ਨੇ ਤੁਰ ਜਾਣਾ ਹੈ। ਕੋਈ ਇੱਥੇ ਸਦੀ ਵੀ ਨਹੀਂ ਰਿਹਾ। ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਦਾ ਕਈ ਵਾਰੀ ਮਨ ਬਣਾਉਂਦੇ ਆ ਕਿ ਅਸੀਂ ਸਫ਼ਰ ਕਰਨ ਜਾਣਾ ਹੈ। ਰਸਤੇ ਦੇ ਵਿੱਚ ਅਸੀਂ ਕਿਸੇ ਹੋਟਲ ਤੇ ਬਹਿੰਦੇ ਹਾਂ ਜਾਂ ਕਿਤੇ ਸਟੇ ਕਰਦੇ ਹਾਂ, ਉਹਨੂੰ ਆਪਣਾ ਘਰ ਤੇ ਨਹੀਂ ਸਮਝ ਲੈਂਦੇ। ਸਾਨੂੰ ਆਪਣੀ ਮੰਜ਼ਿਲ ਨਜ਼ਰ ਆ ਰਹੀ ਹੈ, ਅਸੀਂ ਉੱਥੇ ਬਹਿੰਦੇ ਹਾਂ, ਉੱਥੇ ਰਹਿੰਦੇ ਜ਼ਰੂਰ ਹਾਂ, ਖਾਣੇ ਪੀਂਦੇ ਹਾਂ, ਪਰ ਧਿਆਨ ਦੇ ਵਿੱਚ ਆਪਣੀ ਮੰਜ਼ਿਲ ਹੈ। ਅਸੀਂ ਉਸ ਹੋਟਲ ਦੇ ਨਾਲ ਨਹੀਂ ਜੁੜ ਜਾਂਦੇ, ਭਾਈ ਇੱਥੇ ਹੀ ਰਹਿ ਜਾਣਾ। ਇਹੀ ਗੱਲ ਗੁਰੂ ਸਾਹਿਬ ਸਮਝਾ ਰਿਹਾ। ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਦੀ ਮੰਜ਼ਿਲ ਪਰਮਾਤਮਾ ਨਾਲ ਇੱਕਮਿਕ ਹੋਣਾ ਹੈ, ਤੇ ਤੂੰ ਇਸ ਰਸਤੇ ਦਾ ਮੁਸਾਫਰ ਹੈ। ਇਸ ਰਸਤੇ ਦੇ ਉੱਪਰ ਚੱਲ ਕੀ ਕਰ, ਇਤ ਮਾਰਗ ਚੱਲੇ ਭਾਈ ਅੜੇ। ਹੇ ਮੇਰੇ ਭਰਾ, ਹੇ ਮੇਰੇ ਵੀਰ, ਆ ਜਿਹੜਾ ਤੂੰ ਰਸਤਾ ਚੱਲ ਰਿਹਾ ਨਾ, ਇਹਦੇ ਉੱਪਰ ਇੱਕ ਥੋੜਾ ਜਿਹੀ ਸਮਝ ਰੱਖ, ਥੋੜਾ ਜਿਹਾ ਧਿਆਨ ਰੱਖ। ਉਹ ਕੀ ਹੈ? ਗੁਰ ਕਹੇ ਸੋ ਕਾਰ ਕਮਾਈ ਜੀਓ। ਬਸ ਆਹ ਗੱਲ ਕਰਨੀ ਹੈ,
ਜੋ ਤੈਨੂੰ ਗੁਰਮਤਿ ਕਹਿ ਰਹੀ ਹੈ, ਜੋ ਤੈਨੂੰ ਸਤਿਗੁਰੂ ਦਾ ਗਿਆਨ ਕਹਿ ਰਿਹਾ ਹੈ, ਜੋ ਤੈਨੂੰ ਗੁਰੂ ਸ਼ਬਦ ਕਹਿ ਰਿਹਾ ਹੈ, ਉਹਨੂੰ ਫੋਲੋ ਕਰ। ਹੁਣ ਗੁਰੂ ਸ਼ਬਦ ਨੂੰ ਸਮਝਣ ਵਾਸਤੇ ਆਪ ਬਾਣੀ ਪੜ੍ਹਨੀ ਪਊਗੀ, ਆਪ ਵਿਚਾਰਨੀ ਪਊਗੀ, ਤਾਂ ਹੀ ਮੈਨੂੰ ਗੁਰਮਤਿ ਸਮਝ ਆਊਗੀ ਨਾ। ਪਰ ਜੇ ਮੈਂ ਆਖਾਂ ਮੈਨੂੰ ਕੋਈ ਪੜ੍ਹ ਕੇ ਸੁਣਾਵੇ, ਕੋਈ ਮੈਨੂੰ ਸਮਝਾਵੇ, ਕਿੰਨੇ ਦਿਨ ਸਮਝਾਊਗਾ। ਰੋਜ਼ ਦਾ ਨਿਤਨੇਮ ਆ ਸਿੱਖ ਦਾ ਰੋਜ਼ ਦਾ ਨਿਤਨੇਮ ਆ ਕਿ ਸਿੱਖ ਨੇ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਐਸਾ ਜੀਵਨ ਹੈ ਗੁਰਸਿੱਖੀ ਦਾ। ਵਾਟ ਵਟਾਊ ਆਇਆ ਨਿਤ ਚੱਲਦਾ ਸਾਥ ਨਾ ਦੇਖ। ਸਾਹਿਬ ਕਹਿੰਦੇ ਜੀਵ ਇਸ ਰਸਤੇ ਦਾ ਮੁਸਾਫਰ ਆ ਤੇ ਇੱਥੇ ਸਟ੍ਰੇਂਜਰ ਬਣ ਕੇ ਰਹਿ। ਇਹ ਸਾਰਾ ਸਾਥ ਨਿਤ ਚੱਲਣ ਵਾਲਾ ਸਮਝ। ਆ ਜਿਹੜੇ ਰਿਸ਼ਤੇਦਾਰ ਨੇ, ਮਿੱਤਰ, ਭੈਣ ਭਰਾ ਨੇ, ਜੇ ਇਹਨਾਂ ਨੂੰ ਜ਼ਿੰਦਗੀ ਚਲਾਉਣ ਦੀਆਂ ਪੌੜੀਆਂ ਸਮਝੇ ਤੇ ਵਧੀਆ। ਪਰ ਜੇ ਇਸ ਪਰਿਵਾਰ ਵਿੱਚ ਖਚਤ ਹੋ ਜਾਵੇਂ ਫਿਰ ਇਹ ਜ਼ਹਿਰ ਹੈ। ਹੁਣ ਜੀਵਨ ਤੂੰ ਕੈਸਾ ਜਿਉਣਾ ਹੈ ਇਹ ਤੇਰੇ ਤੇ ਡਿਪੈਂਡ ਹੈ। ਅਗਲਾ ਬੰਦਾ ਹੈ ਆਖਣ ਆਖੈ ਕੇਤੜੇ, ਗੁਰਬਿਨ ਬੂਝ ਨਾ ਹੋਏ। ਸ਼ਬਦ ਨੰਬਰ ਹੈ 13। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਮੁਖਾਰਬਿੰਦ ਤੋਂ ਉਚਾਰਨ ਹੋਇਆ। ਸ਼੍ਰੀ ਰਾਗ ਦਾ ਇਹ 13 ਨੰਬਰ ਸ਼ਬਦ ਹੈ। ਅਸ਼ਟਪਦੀਆਂ ਦਾ ਪੰਨਾ ਨੰਬਰ ਹੈ 61। ਹੁਣ ਤੱਕ 3 ਬੰਦ, 2 ਬੰਦ ਪਹਿਲੇ ਵਿਚਾਰ ਲੈਣੇ, ਤੀਸਰੇ ਬੰਦ ਦੀ ਵਿਚਾਰ ਆਪਾਂ ਪ੍ਰਾਰੰਭ ਕਰਨ ਲੱਗੇ ਹਾਂ। ਆਖਣ ਆਖੈ ਕੇਤੜੇ, ਗੁਰਬਿਨ ਬੂਝ ਨਾ ਹੋਏ। ਆਖਣ ਦਾ ਅਰਥ ਆ ਆਖਣ ਨੂੰ, ਆਖਣ ਮਾਤਰ। ਕੇਤੜੇ ਦਾ ਅਰਥ ਆ ਬਹੁਤ ਜੀਵ, ਬੇਅੰਤ ਲੋਕ। ਬੂਝ ਦਾ ਅਰਥ ਆ ਸਮਝ। ਸਾਹਿਬ ਕਹਿੰਦੇ ਦੱਸਣ ਨੂੰ ਤਾਂ ਬੇਅੰਤ ਜੀਵ ਦੱਸ ਦਿੰਦੇ ਹਨ ਕਿ ਮਾਇਆ ਦੀ ਤ੍ਰਿਸ਼ਨਾ ਤੋਂ ਇਉਂ ਬਚ ਸਕੀਦਾ ਹੈ। ਕੈਸੇ ਬਚਨ ਨੇ? ਮੈਂ ਨਾ ਗੁਰਬਾਣੀ ਤੇ ਨਾ ਸਤਿਗੁਰੂ ਦੀ ਮਨੁੱਖ ਦੇ ਸਾਹਮਣੇ ਪੂਰਾ ਇਨ ਬਿਨ ਨਕਸ਼ਾ ਖਿੱਚ ਦਿੰਦੀ ਹੈ। ਹੁਣ ਮੰਨੀਏ ਇਹ ਸਾਡੀ ਮਰਜ਼ੀ ਹੈ, ਜੇ ਨਹੀਂ ਮੰਨਦੇ ਤਾਂ ਵੀ ਸਾਡਾ ਨੁਕਸਾਨ ਹੈ। ਗੁਰੂ ਜੀ ਨੇ ਤੇ ਆਪਣੀ ਪੂਰੀ ਡਿਊਟੀ ਨਿਭਾਈ ਹੈ। ਆਖਣ ਆਖੇ ਕੇਤੜੇ, ਕਹਿੰਦੇ ਮੱਤਾਂ ਦੇਣ ਵਾਲੇ ਬਹੁਤ ਨੇ, ਬੜੇ ਕਥਾਵਾਚਕ ਨੇ, ਬੜੇ ਗਿਆਨੀ ਧਿਆਨੀ ਵਿਦਵਾਨ ਬੈਠੇ ਨੇ ਜਿਹੜੇ ਕਹਿ ਰਹੇ ਭਾਈ ਤ੍ਰਿਸ਼ਨਾ ਤੋਂ ਬਚੋ, ਮਾਇਆ ਤੋਂ ਬਚੋ। ਆਖਣ ਆਖੇ ਕੇਤੜੇ, ਕਹਿੰਦੇ ਬਹੁਤੇ ਆ ਕਹਿਣ ਵਾਲੇ, ਬੋਲਣ ਵਾਲੇ, ਸਮਝਾਉਣ ਵਾਲੇ ਕਿ ਤ੍ਰਿਸ਼ਨਾ ਤੋਂ ਇਸ ਤਰ੍ਹਾਂ ਬਚਿਆ ਜਾ ਸਕਦਾ ਹੈ, ਇਵੇਂ ਬਚੋ। ਪਰ ਸੱਚੀ ਸਮਝ ਕਿੱਥੋਂ ਆਉਣੀ ਹੈ? ਗੁਰਬਿਨ ਬੂਝ ਨਾ ਹੋਏ। ਜਦ ਤੱਕ ਗੁਰੂ ਦੀ ਮੱਤ ਤੇ ਨਹੀਂ ਚੱਲਦਾ, ਜਦ ਤੱਕ ਗੁਰੂ ਸ਼ਬਦ ਤੇ ਨਹੀਂ ਚੱਲਦਾ, ਗੁਰੂ ਦਾ ਗਿਆਨ ਜੀਵਨ ਵਿੱਚ ਨਹੀਂ ਵਸਾਉਂਦਾ, ਤਦ ਤੱਕ ਇਹ ਬੁਝਾਰਤ ਸਮਝ ਨਹੀਂ ਆਉਣੀ, ਤਦ ਤੱਕ ਇਹ ਗੱਲ ਪੱਲੇ ਨਹੀਂ ਪੈਣੀ। ਨਾਮ ਵਡਾਈ ਜੋ ਜੇ ਮਿਲੈ, ਸੱਚ ਰਪੈ ਪਤ ਹੋਏ। ਰਪੈ ਦਾ ਅਰਥ ਆ ਰੰਗਿਆ ਜਾਏ। ਨਾਮ ਵਡਾਈ, ਜੇ ਗੁਰੂ ਦੀ ਮੱਤ, ਨਾਮ ਦਾ ਅਰਥ ਆ ਹੁਕਮ। ਜੇ ਗੁਰੂ ਦੀ ਰਜ਼ਾ, ਗੁਰੂ ਦੇ ਹੁਕਮ, ਪਰਮਾਤਮਾ ਦੀ ਰਜ਼ਾ, ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲੇ, ਵਡਾਈ, ਉਹਦੀ ਸਿਫਤ ਸਲਾਹ ਕਰੇ, ਤੇ ਕੀ ਹੋਵੇਗਾ? ਫਿਰ ਤੈਨੂੰ ਸਿਫਤ ਸਲਾਹ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਸ਼ੁਭ ਗੁਣ ਤੇਰੇ ਅੰਦਰ ਆਉਣਗੇ। ਸਤ ਆਵੇਗਾ, ਸੰਤੋਖ ਆਵੇਗਾ, ਨਿਮਰਤਾ ਆਵੇਗੀ, ਹਲੀਮੀ ਆਵੇਗੀ। ਜਦੋਂ ਇਹ ਗੁਣ ਸਹਿਜ ਦੇ ਜੀਵਨ ਵਿੱਚ ਆਉਣਗੇ ਫਿਰ ਕੀ ਹੋਵੇਗਾ? ਸੱਚ ਰਪੈ ਪਤ ਹੋਏ। ਫਿਰ ਤੂੰ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਵੇਂਗਾ ਤੇ ਤੂੰ ਇੱਜ਼ਤ ਵਾਲਾ, ਪੱਤ ਵਾਲਾ ਬਣ ਜਾਵੇਗਾ। ਫਿਰ ਤੇਰਾ ਸਤਕਾਰ, ਇੱਜ਼ਤ, ਸਨਮਾਨ ਗੁਰੂ ਕਰਾਵੇਗਾ। ਸਮੁੱਚੀ ਪੰਕਤੀ ਦੇ ਅਰਥ ਨੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਵੇ ਤੇ ਪਰਿਪੂਰਨ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਤੁਰਨ ਲੱਗ ਪਵੇ ਤੇ ਆਪਣੇ ਜੀਵਨ ਦਾ ਆਧਾਰ ਸਦਾ ਵਾਸਤੇ ਪਰਮਾਤਮਾ ਦੀ ਸਿਫਤ ਸਲਾਹ ਨੂੰ ਬਣਾ ਲਵੇ ਤੇ ਆਪਣੇ ਮਨ ਦੇ ਵਿੱਚ ਸਦਾ ਵਾਸਤੇ ਵਸਦੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੇ, ਫਿਰ ਉਹ ਮਨੁੱਖ ਇੱਜ਼ਤ ਵਾਲਾ, ਪੱਤ ਵਾਲਾ ਬਣ ਸਕਦਾ ਹੈ। ਜੋ ਤੁਧ ਭਾਵੈ ਸੇ ਭਲੇ, ਖੋਟਾ ਖਰਾ ਨਾ ਕੋਏ। ਪਰ ਹੇ ਪ੍ਰਭੂ ਜੀ, ਇਹ ਦਾਵਾ ਨਹੀਂ, ਮੈਂ ਇਹ ਦਾਵਾ ਨਹੀਂ ਕਰ ਸਕਦਾ ਕਿ ਮੈਂ ਖਰਾ ਵਾਂ, ਕਿ ਮੈਂ ਖੋਟਾ ਵਾਂ। ਇਹ ਤੇ ਤੂੰ ਜਾਣਦਾ ਹੈ। ਹੇ ਪ੍ਰਭੂ, ਹਰ ਮਨੁੱਖ ਕੋਸ਼ਿਸ਼ ਇਹ ਕਰਦਾ ਹੈ ਜੀਵਨ ਨੂੰ ਸਮਝਣ ਦੀ, ਜੀਵਨ ਨੂੰ ਬਦਲਣ ਦੀ, ਪਰ ਆਪਣੇ ਉਦਮ ਦੇ ਨਾਲ
ਨਾ ਕੋਈ ਜੀਵ ਖਰਾ ਬਣ ਸਕਦਾ ਹੈ ਤੇ ਨਾ ਹੀ ਖੋਟਾ ਰਹਿ ਸਕਦਾ ਹੈ। ਜਿਹੜੇ ਤੇਰੇ ਪਿਆਰ ਦੇ ਵਿੱਚ ਭਿੱਜ ਗਏ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆਪਣੇ ਜੀਵਨ ਨੂੰ ਤੇਰੇ ਹੁਕਮ ਦੇ ਮੁਤਾਬਕ ਤੋਰਨ ਦੀ, ਜੋ ਤੇਰੀ ਰਜ਼ਾ ਤੇ ਭਾਣੇ ਵਿੱਚ ਤੁਰਨ ਲੱਗੇ, ਉਹ ਭਲੇ ਹੋ ਗਏ, ਉਹ ਨਿਰਮਲ ਹੋ ਗਏ, ਕਿਉਂਕਿ ਉਹ ਤੈਨੂੰ ਭਾ ਗਏ। ਤੂੰ ਉਹਨਾਂ ਦਾ ਜੀਵਨ ਨਿਰਮਲ ਤੇ ਪਵਿੱਤਰ ਕਰ ਦਿੱਤਾ। ਇਹ ਤੀਸਰਾ ਬੰਦ ਹੈ। ਹੁਣ ਚੌਥੇ ਬੰਦ ਦੀ ਪ੍ਰਾਰੰਭਤਾ ਕਰਨ ਲੱਗੇ ਹਾਂ। ਗੁਰੂ ਸ਼ਰਣਾਈ ਛੁੱਟੀ ਐ, ਮਨ ਮੁਖ ਖੋਟੀ ਰਾਸ। ਖੋਟੀ ਰਾਸ ਉਹ ਪੂੰਜੀ ਜੋ ਪ੍ਰਮਾਤਮਾ ਪਾਤਸ਼ਾਹ ਦੇ ਦਰ ਤੋਂ ਖੋਟੀ ਸਮਝੀ ਜਾਵੇ, ਉਹ ਕਮਾਈ ਜੋ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਨਾ ਹੋਵੇ। ਸਾਹਿਬ ਕਹਿੰਦੇ ਜਦੋਂ ਗੁਰੂ ਸ਼ਰਣਾਈ ਛੁੱਟੀ ਹੈ, ਕਹਿੰਦੇ ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਦਿੱਤੀ ਮੱਤ ਉੱਤੇ ਚੱਲਣ ਦਾ ਪ੍ਰਣ ਕਰਦਾ ਹੈ, ਜਦੋਂ ਗੁਰੂ ਹੁਕਮ ਨੂੰ ਫਾਲੋ ਕਰਦਾ ਹੈ, ਛੁੱਟੀ ਹੈ, ਉਦੋਂ ਵਿਕਾਰਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਤ੍ਰਿਸ਼ਨਾ ਦੇ ਪੰਜੇ ਤੋਂ ਤੇਰੀ ਖਲਾਸੀ ਹੋ ਸਕਦੀ ਹੈ, ਤੂੰ ਬਚ ਸਕਦਾ ਹੈ। ਪਰ ਜਿਹੜੇ ਮਨਮੁਖ ਖੋਟੀ ਰਾਸ, ਜਿਹੜੀ ਮਨ ਦੀ ਮੱਤ ਪਿੱਛੇ ਤੁਰ ਪਏ, ਜੋ ਸਾਰੀ ਜ਼ਿੰਦਗੀ ਆਪਣੇ ਮਨ ਦੀਆਂ ਮਨਾਈਆਂ ਕਰਦੇ ਰਹੇ, ਉਹ ਸਾਰੀ ਉਮਰ ਇਸ ਖੋਟੀ ਪੂੰਜੀ ਨੂੰ ਹੀ ਜੋੜਦੇ ਰਹੇ, ਜੋ ਕਦੀ ਵੀ ਉਹਨਾਂ ਦੇ ਕੰਮ ਨਹੀਂ ਆਈ। ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵਿਗਾਸ। ਅਸ਼ਟ ਧਾਤ ਅਰਥ ਆ 8 ਧਾਤਾਂ ਦਾ ਬਣਿਆ ਸਰੀਰ। ਆ ਜਿਹੜਾ ਸਰੀਰ ਆ ਇਹ 8 ਧਾਤਾਂ ਦਾ ਬਣਿਆ। ਪਾਤਸ਼ਾਹ ਕੀ, ਇਹ ਪ੍ਰਮਾਤਮਾ ਰੂਪੀ ਪਾਤਸ਼ਾਹ ਦਾ ਹੈ। ਵਿਗਾਸ ਦਾ ਅਰਥ ਹੈ ਖਿੜਦਾ ਹੈ। ਸਭ ਕਹਿੰਦੇ ਜੋ ਪਰਿਪੂਰਨ ਪ੍ਰਮਾਤਮਾ ਦੀ ਰਚੀ ਹੋਈ ਇਹ 8 ਧਾਤਾਂ ਵਾਲੀ ਆ ਮਨੁੱਖਤਾ ਦੀ ਕਾਇਆਵਾਂ ਦਾ, ਮਨੁੱਖਤਾ ਦਾ ਸਰੀਰ ਆ। ਜੇ ਸਤਿਗੁਰੂ ਦੇ ਸ਼ਬਦ ਦੀ ਟਕਸਾਲ ਦੇ ਵਿੱਚ ਘੜਿਆ ਜਾਵੇ, ਬੜਾ ਪਿਆਰਾ ਬਚਨ ਆ, ਪੱਲੇ ਬੰਨਣ ਵਾਲੀ ਗੱਲ ਆ ਗੁਰਮਤਿ। ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵਿਗਾਸ। ਕਹਿੰਦੇ ਜੇ ਮਨੁੱਖ ਆਪਣੇ ਜੀਵਨ ਨੂੰ ਸੱਚ ਦੇ ਰਾਹ ਤੇ ਤੋਰੇ, ਅਸ਼ਟ ਧਾਤ ਪਾਤਸ਼ਾਹ ਕੀ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਦੇ ਕੋਲੋਂ ਆ ਜਿਹੜਾ 8 ਧਾਤਾਂ ਦਾ ਬਣਿਆ ਹੋਇਆ ਸਰੀਰ ਆ ਨਾ, ਤੇ ਜੇ ਮਨੁੱਖ ਇਸ ਕਾਇਆ ਨੂੰ ਗੁਰੂ ਜੀ ਦੀ ਸ਼ਬਦ ਰੂਪੀ ਟਕਸਾਲ ਦੇ ਵਿੱਚ ਘੜੀਐ, ਸ਼ਬਦ ਸੱਚੀ ਟਕਸਾਲ, ਜੇ ਸ਼ਬਦ ਦੀ ਸੱਚੀ ਟਕਸਾਲ ਦੇ ਵਿੱਚ ਘੜ ਲਵੇ ਤੇ ਇਹ ਸੁਚੱਜੀ ਬਣ ਸਕਦੀ ਹੈ ਦੇਹ, ਇਹ ਪਵਿੱਤਰ ਹੋ ਸਕਦੀ ਹੈ ਦੇਹ, ਇਹ ਨਿਰਮਲ ਹੋ ਸਕਦੀ ਹੈ ਦੇਹ, ਤੇ ਇਹ ਸਰੀਰ ਫਿਰ ਸਦਾ ਖੇੜੇ ਤੇ ਚੌ ਵਿੱਚ ਰਹੇਗਾ। ਤੇ ਕੀ ਹੋਵੇਗਾ? ਸ਼ਬਦ ਵਿਗਾਸ। ਸਦਾ ਗੁਰੂ ਦੀ ਸ਼ਬਦ ਵਿੱਚ ਚੱਲ ਕੇ ਇਹ ਆਤਮਿਕ ਆਨੰਦ ਦੇ ਹੁਲਾਰਿਆਂ ਦੇ ਵਿੱਚ ਆਪਣੀ ਜ਼ਿੰਦਗੀ ਜੀਵੇਗਾ। ਆਪੇ ਪਰਖੇ ਪਾਰਖੂ ਪਵੈ ਖਜ਼ਾਨੇ ਰਾਸ। ਐ ਮਨੁੱਖ, ਤੂੰ ਆਪਣਾ ਫਰਜ਼ ਨਿਭਾਉਣਾ ਹੈ, ਤੂੰ ਆਪਣੇ ਆਪ ਨੂੰ ਗੁਰੂ ਦੀ ਮੱਤ ਤੇ ਤੋਰਨਾ ਹੈ। ਇਹ ਤੇਰਾ ਫਰਜ਼ ਹੈ। ਹਰ ਵਕਤ ਗੁਰੂ ਸ਼ਬਦ ਨੂੰ ਸਮਝ ਕੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਮੁਤਾਬਕ ਤਰਾਸ਼ਣਾ ਹੈ। ਇਹ ਤੇਰਾ ਫਰਜ਼ ਹੈ। ਹੁਣ ਅੱਗੇ ਪ੍ਰਮਾਤਮਾ ਦਾ ਕੀ ਫਰਜ਼ ਹੈ? ਆਪੇ ਪਰਖੇ ਪਾਰਖੂ। ਉਹ ਪਰਖਣ ਵਾਲਾ ਪ੍ਰਮਾਤਮਾ ਆਪ ਹੀ ਤੇਰੀ ਘਾਲ ਕਮਾਈ ਨੂੰ ਪਰਖ ਲਵੇ, ਉਹ ਤੈਨੂੰ ਆਪਣੇ ਨਾਲ ਜੋੜ ਲਵੇ। ਪਵੈ ਖਜ਼ਾਨੇ ਰਾਸ। ਤੇ ਜਦੋਂ ਤੇਰੇ ਜੀਵਨ ਦੇ ਵਿੱਚੋਂ ਨਿਰੰਕਾਰ ਨੂੰ ਆਤਮਿਕ ਗੁਣ ਨਜ਼ਰ ਆ ਗਏ, ਜਦੋਂ ਇੰਜ ਲੱਗਿਆ ਕਿ ਇਸ ਗੁਰੂ ਦੇ ਸਿੱਖ ਦੇ ਕੋਲ ਆਤਮਿਕ ਸਰਮਾਇਆ ਹੈ, ਇਹਦੇ ਗੁਣ ਸ਼ੁਭ ਨੇ, ਇਹ ਮਾਨਵਤਾ ਦਾ ਪਿਆਰ ਕਰਦਾ ਹੈ, ਨਿਮਰਤਾ ਹੈ, ਹੁਣ ਇਹ ਦੋਗਲਾ ਨਹੀਂ। ਇਹ ਨਹੀਂ ਕਿ ਜਿੰਨਾ ਮਨ ਹੋਰ ਮੁੱਖ ਹੋਰ, ਇਹਦਾ ਮਨ ਹੋ ਰਿਹਾ ਤੇ ਮੁੱਖ ਹੋ ਰਿਹਾ। ਹੁਣ ਐਸਾ ਜੀਵਨ ਆ ਸੱਚ ਦਾ, ਬਿਲਕੁਲ ਸ਼ੁੱਧ ਤੇ ਸਪਸ਼ਟ ਗੁਰਮਤਿ ਦਾ ਜੀਵਨ ਆ। ਕਹਿੰਦੇ ਐਸੇ ਗੁਰੂ ਦੇ ਸਿੱਖ ਆਪੇ ਪਰਖੇ ਪਾਰਖੂ ਪਵੈ ਖਜ਼ਾਨੇ ਰਾਸ। ਉਹ ਆਪਣੇ ਖਜ਼ਾਨੇ ਵਿੱਚ ਪ੍ਰਵਾਨ ਕਰ ਲੈਂਦਾ ਹੈ, ਉਹਨਾਂ ਨੂੰ ਆਪਣੇ ਨਾਲ ਆਪਣੇ ਘਰ ਦੇ ਵਿੱਚ ਪ੍ਰਵਾਨ ਕਰਕੇ ਆਪਣੇ ਨਾਲ ਸਮਾ ਲੈਂਦਾ ਹੈ। ਇਹ ਚੌਥਾ ਸਟੈਂਜਾ ਸੀ। ਹੁਣ ਅੱਗੇ ਪੰਜਵਾਂ ਬੰਦ ਦੀ ਸ਼ੁਰੂਆਤ ਕਰਨ ਲੱਗੇ ਹਾਂ। ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਏ। ਤੇਰੀ ਕੀਮਤ ਨਾ ਪਵੈ ਦਾ ਅਰਥ ਆ
तेरा मुल नहीं दसिया जा सकता। हे परमात्मा जी, तेरे बराबर दा होर कोई भी नहीं जो लभ सके, जो तेरे बराबर दा कोई होवे जिहड़ा तेरी कोई कीमत, तेरा कोई मुल तय ही नहीं कर सकता। ठोक वजाए, ठोक के डंके की चोट ते चंगी तरह परख करके वेख लिया। हे भाई, परमात्मा वाहिगुरू सारी सृष्टि नूं चलाउण वाला है। ये गल चंगी तरह परख के वेख लई है, क्योंकि मैनू साहिब कहंदे तेरे बराबर दा होर कोई भी नहीं दिसदा। ਇਹਦਾ मतलब भी ना कोई देवी देवते दिसते ने, ना कोई होर। सिख नूं सिद्धी खालसे का अर्थ की है? वो खालसा जिहड़ा सीधा संबंध बादशाहत नाल हुंदा सी, उहनूं खालसा जमीन, खालसा जायदाद कहा जाता सी। सतगुरु ने खालसा शब्द दिता। सिख का संबंध किसी विच विचोले दे नाल नहीं, सिख का सीधा संबंध परमात्मा नाल है। सिख एक अकाल पुरख की फौज है, अकाल पुरख का पुजारी है, होर किसी का नहीं। कैसी कमाल का जीवन दिता, कैसी अणखीला जीवन दिता, कैसा सिद्धांतक जीवन दिता कि सिख किसी कानून, किसी बंदिश का पैरोकार के गुलाम नहीं। सिख बनाए हुए अकाल पुरख के कानूनों का गुलाम है। सिख अकाल पुरख के सिद्धांतों का गुलाम है। सिख सच का गुलाम है, झूठ का नहीं। पर अज जीवन बदल गया है। अज तो कोई किते मत्थे टेक रहा, कोई किसी की गुलामी कर रहा है, कोई चंद क लिफाफियां वास्ते विके है। किन्नियां क गल्लां करिए, तुसीं जाणू ने, समझदार ने। तेरी कीमत ना पवै सब डिठी ठोक बजाए। हे प्रभु जी, मैं सारी सृष्टि नूं चंगी तरह परख के वेख लिया है। मैनू तेरे बराबर दा होर कोई नहीं दिसदा जिहड़ा मैनू माया दे पंजे तो बचा सके। तू ही है जो मैनू इस माया दे बंधनां तो मुक्त कर सकदा है। कहण हाथ न लभई सच टिकै पत पाए। हाथ का अर्थ है डूंघाई। आपां कहने किन्ने हत्थ आ, किन्नी डूंघाई है। हे बेअंत गुणां दे सच्चे मालक परमात्मा जी, बयान करन नाल तेरे कोई भी गुणां दा थां नहीं अज तक पा सकिया, कोई तेरी डूंघाई नहीं दस सकिया। क्योंकि कहण हथ न लभई, जिहड़े कहण वाले सन, तेरिया सिफत सलावां करन वाले सन, कोई भी तेरा अंत, तेरा कोई हद नहीं दस सकिया। सच टिकै पत होए। जिहड़े जीव सदा थिर परमात्मा दे सच्चे प्रेम दे विच टिक गए, वो इज्जत वाले हो गए, सन्मान वाले हो गए। उन्हां नूं पत मिली, सत्कार मिलिया, जो तेरे हुक्म दे विच बच गए। भावें वो बाबा कबीर जी सन, भावें भगत धन्ना जी सन, भावें भगत रविदास जी सन, सारे दे सारे तेरे प्रेम दे विच जिहड़े बझे ने, वो इज्जत वाले, पत वाले, सन्माने वाले, सत्कार वाले हो गए। गुरमत तू सा लाहणा, होर कीमत कहण न जाए। गुरमत तू सा लाहणा, गुरु दी मत लैके ही, गुरु दी मत ते तुरिया ही तू सलाहना, तेरी सिफत सलाह कीती जा सकती है। होर कीमत कहण ना जाए। होर कोई दुनिया की ताकत नहीं, ते होर कोई कीमत नहीं, होर कोई तेरे बराबर दा नहीं जो कोई तेरे बारे दस सके। केवल गुरु की मत ते चल के, गुरु के उपदेशों ते चल के ही इस सच की समझ आ सकती है, तेरे प्रेम नूं पाया जा सकता है। अगला नंबर है 6वां नंबर स्टैंजा। 5 नंबर बंद की इत्थे तक विचार की समाप्ति है। 6वां नंबर बंद। जित तन नाम ना भावई, तित तन हौमै वाद। जित, ध्यान देना इन्हां पंक्तियां ते। जित तत्ते नूं सिहारी है, तन तत्ता नन्ने नूं सिहारी है। जिस तन दे विच नाम, मम्मे थल्ले औंकड़ है, एक वचन परमात्मा का सूचक है, हुक्म का सूचक है, रजा का। जिस मनुख दे तन दे विच तेरे हुक्म उत्ते चलण दी सोझी नहीं, जो तेरी रजा च नहीं चलदा, जिहदे विचों तेरा प्यार, तेरे गुण नहीं लभदे। ना भावई, जिन्हों तेरे अंदरों सच्चा प्रेम, तेरे गुण जिस शरीर चों ना लभण, ते तन हौमेवाद। समझ लैना वो शरीर, वो तन हौमे ते तृष्णा दा बखेड़े विच है।
ਹਉਮੈ ਦੇ ਵਿੱਚ ਬੱਝਾ ਹੈ। ਸਮੁੱਚੀ ਪੰਕਤੀ ਦੇ ਅਰਥ ਨੇ, ਜਿਸ ਸਰੀਰ ਦੇ ਵਿੱਚ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਜੋ ਪਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ ਚੱਲਦਾ, ਉਸ ਸਰੀਰ ਦੇ ਵਿੱਚ ਹਉਮੈ ਵਧੀ ਹੋਈ ਹੈ। ਉਹ ਮਨੁੱਖ ਆਪਣੀ ਵੱਖਰੀ ਹੋਂਦ ਬਣਾ ਕੇ ਬੈਠਾ ਹੈ। ਉਹ ਸਦਾ ਮੇਰੀ ਮੇਰੀ ਵਿੱਚ ਲੱਗਾ ਹੈ, ਸਦਾ ਈਗੋ ਦੇ ਵਿੱਚ ਜੀਵਨ ਜਿਉ ਰਿਹਾ ਹੈ। ਐਸੇ ਮਨੁੱਖ ਦੇ ਸਰੀਰ ਦੇ ਵਿੱਚ ਤ੍ਰਿਸ਼ਨਾ ਦਾ ਬਖੇੜਾ ਨਿਤ ਵੱਧਦਾ ਰਹਿੰਦਾ ਹੈ। ਉਹ ਨਿਤ ਤ੍ਰਿਸ਼ਨਾ ਦੇ ਵਿਕਾਰ ਦੇ ਜ਼ਹਿਰ ਨੂੰ ਪੀ ਰਿਹਾ ਹੈ ਤੇ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਗੁਰ ਬਿਨ ਗਿਆਨ ਨਾ ਪਾਈਐ, ਵਿਖਿਆ ਦੂਜਾ ਸਾਧ। ਗੁਰ ਬਿਨ ਗਿਆਨ ਨਾ ਪਾਈਐ, ਗੁਰੂ ਤੋਂ ਬਿਨਾ, ਗੁਰੂ ਜੀ ਦੀ ਸ਼ਬਦ ਤੋਂ ਬਿਨਾ ਪਰਿਪੂਰਨ ਪਰਮਾਤਮਾ ਦੇ ਸੱਚੇ ਗਿਆਨ ਦੀ ਸਮਝ ਨਹੀਂ ਆਉਂਦੀ। ਪਰਮਾਤਮਾ ਦੇ ਗੁਣਾਂ ਦੀ ਜਾਣ ਪਹਿਚਾਣ ਨਹੀਂ ਬਣ ਸਕਦੀ। ਵਿਖਿਆ ਦੂਜਾ ਸਾਧ, ਮਾਇਆ ਦੇ ਪ੍ਰਭਾਵ ਪੈ ਕੇ ਪਰਮਾਤਮਾ ਤੋਂ ਬਿਨਾ ਹੋਰ ਪਾਸੇ ਦਾ ਸਵਾਦ ਸਦਾ ਵਾਸਤੇ ਮਨ ਵਿੱਚ ਉਪਜਦਾ ਹੈ। ਮਨ ਸਦਾ ਵਾਸਤੇ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਦੇ ਰਸ ਵਿੱਚ ਬੱਝਾ ਰਹਿੰਦਾ ਹੈ। ਗੁਰ ਬਿਨ ਗਿਆਨ ਨਾ ਪਾਈਏ। ਸਭ ਕਹਿੰਦੇ ਚੇਤਾ ਰੱਖੀ, ਗੁਰੂ ਜੀ ਤੋਂ ਬਿਨਾ ਸੱਚਾ ਤੇ ਸੁੱਚਾ ਸਮਝ ਵਾਲਾ ਗਿਆਨ ਨਹੀਂ ਮਿਲਣਾ। ਗੁਰੂ ਹੀ ਹੈ ਜੋ ਤੈਨੂੰ ਗੁਣਾਂ ਦੇ ਬਾਬਤ ਸਮਝਾ ਸਕਦਾ ਹੈ, ਅਵਗੁਣਾਂ ਦੇ ਬਾਬਤ ਦੱਸ ਸਕਦਾ ਹੈ। ਕਿਉਂਕਿ ਇਹ ਤੋਂ ਬਿਨਾ ਵਿਖਿਆ ਦੂਜਾ ਸਾਧ, ਜਿਹੜੇ ਗੁਰੂ ਤੋਂ ਟੁੱਟ ਗਏ, ਜਿਨ੍ਹਾਂ ਦੀ ਜ਼ਿੰਦਗੀ ਵਿਕਾਰਾਂ ਵਿੱਚ ਗਲਤਾਨ ਹੋ ਗਈ, ਉਹਨਾਂ ਦਾ ਜੀਵਨ ਵਿੱਚ ਨਿਤ ਮਾਇਆ ਦਾ ਜ਼ਹਿਰ, ਮਾਇਆ ਦਾ ਬਖੇੜਾ ਬਣਿਆ ਰਹਿੰਦਾ ਹੈ। ਉਹਨਾਂ ਦੇ ਅੰਦਰ ਸਿਰਫ ਤੇ ਸਿਰਫ ਪਦਾਰਥਾਂ ਦਾ ਸਵਾਦ ਹੈ, ਪਦਾਰਥਾਂ ਦਾ ਪਿਆਰ ਹੈ। ਐਸੇ ਮਨੁੱਖਾਂ ਦੀ ਜ਼ਿੰਦਗੀ ਵਿਕਾਰਾਂ ਰੂਪੀ ਜ਼ਹਿਰ ਨਾਲ ਭਰੀ ਰਹਿੰਦੀ ਹੈ। ਬਿਨ ਗੁਣ ਕਾਮ ਨ ਆਵਈ, ਮਾਇਆ ਫੀਕਾ ਸਾਧ। ਬਿਨ ਗੁਣ ਕਾਮ ਨਾ ਆਵੇ। ਗੁਣ ਕਿਹੜੇ? ਆਤਮਿਕ ਗੁਣ, ਸਤ, ਸੰਤੋਖ, ਸਹਿਜ। ਸਭ ਕਹਿੰਦੇ ਆਤਮਿਕ ਗੁਣਾਂ ਤੋਂ ਵਾਂਝੇ ਰਹਿ ਕੇ ਇਹ ਮਨੁੱਖਾ ਸਰੀਰ ਕਿਸੇ ਕੰਮ ਦਾ ਨਹੀਂ। ਅੰਤ ਮਾਇਆ ਫੀਕਾ ਸਾਧ। ਅੰਤ ਨੂੰ ਮਾਇਆ ਵਾਲਾ ਸਵਾਦ ਜਿਹਦੇ ਵਿੱਚ ਇਹ ਫਸਿਆ ਪਿਆ ਨਾ, ਜਿਸ ਮਾਇਆ ਦੇ ਬੰਧਨਾਂ ਦੇ ਸਵਾਦ ਵਿੱਚ ਫਸਿਆ ਪਿਆ, ਅੰਤ ਇਸ ਮਾਇਆ ਦੇ ਸਵਾਦ ਨੇ ਵੀ ਜ਼ਹਿਰੀਲਾ ਬਣ ਜਾਣਾ। ਜਿਹੜੇ ਮਨੁੱਖ ਨੇ ਸਾਰੀ ਜ਼ਿੰਦਗੀ ਸੱਚ ਦੇ ਨਾਲ ਨਹੀਂ ਤੁਰਿਆ, ਪਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ ਚੱਲਿਆ, ਐਸੇ ਮਨੁੱਖ ਦੀ ਜ਼ਿੰਦਗੀ ਤੁਸੀਂ ਦੇਖੋ ਕੈਸੀ ਹੋਵੇਗੀ। ਉਹ ਜਿਸ ਮਾਇਆ ਦਾ ਦੀਵਾਨਾ ਹੋ ਕੇ ਘੁੰਮਦਾ ਰਿਹਾ, ਅੰਤ ਵੇਲੇ ਉਹ ਮਾਇਆ ਵੀ ਸਾਥ ਛੱਡ ਜਾਂਦੀ ਹੈ। ਤੋ ਸਾਹਿਬ ਜੀ ਅਗਲੀਆਂ ਪੰਕਤੀਆਂ ਕਹਿ ਰਹੇ, ਆਸਾ ਅੰਦਰ ਜੰਮਿਆ, ਆਸਾ ਰਸ ਕਸ ਖਾਏ। ਇੱਥੇ ਤੱਕ 6 ਨੰਬਰ ਬੰਦ ਸੀ। ਹੁਣ ਅੱਗੇ 7ਵਾਂ ਨੰਬਰ ਸਟੈਂਜਾ, 7 ਨੰਬਰ ਬੰਦ ਦੀ ਵਿਚਾਰ ਆਪਾਂ ਪ੍ਰਾਰੰਭ ਕਰਨ ਲੱਗੇ ਹਾਂ। ਆਸਾ ਅੰਦਰ ਜੰਮਿਆ, ਆਸਾ ਰਸ ਕਸ ਖਾਏ। ਸਭ ਕਹਿੰਦੇ ਗੱਲ ਪਤਾ ਕੀ ਹੈ? ਇਹ ਮਨੁੱਖ ਆਸ਼ਾ ਤੇ ਤ੍ਰਿਸ਼ਨਾ ਦੇ ਵਿੱਚ ਬੱਝਾ ਹੋਇਆ ਹੀ ਜਨਮ ਲੈਂਦਾ ਹੈ। ਸਾਰੀ ਜ਼ਿੰਦਗੀ ਮੇਰੀ ਮੇਰੀ ਚ ਫਿਰ ਘੁੰਮਦਾ ਹੈ। ਆਸਾ ਅੰਦਰ ਜੰਮਿਆ, ਤ੍ਰਿਸ਼ਨਾ ਦੇ ਵਿੱਚ ਬੱਝਾ ਹੋਇਆ ਹੀ ਜਨਮ ਲੈਂਦਾ ਹੈ। ਤੇ ਜਦ ਤੱਕ ਜਗਤ ਵਿੱਚ ਰਹਿੰਦਾ ਹੈ, ਇਹ ਆਸਾ ਦੇ ਪ੍ਰਭਾਵ ਹੇਠ ਹੀ ਰਹਿੰਦਾ ਹੈ। ਆਸ ਹੀ ਰੱਖਦਾ ਹੈ, ਕੋਈ ਮੇਰੀ ਆਹ ਹੈਲਪ ਕਰੇਗਾ, ਕੋਈ ਮੈਨੂੰ ਇੱਥੇ ਖੜਾ ਕਰੇਗਾ, ਕੋਈ ਇੱਥੇ ਆ ਕੇ ਮੇਰੇ ਨਾਲ ਖਲੋਏਗਾ। ਬਸ ਆਸਾ ਦੇ ਵਿੱਚ ਹੀ। ਜੇ ਤੋਂ ਆਸ ਪੂਰੀ ਹੋ ਜਾਵੇ ਉਹ ਮਿੱਤਰ ਹੈ, ਜੇ ਤੋਂ ਆਸ ਨਾ ਪੂਰੀ ਹੋਵੇ ਉਹ ਦੁਸ਼ਮਣ ਹੈ। ਇਹੀ ਇਹਦੀ ਸਿਰਫ ਪਹਿਚਾਣ ਹੈ। ਇਹਨੂੰ ਪੁੱਛੋ ਵੀ ਤੇਰਾ ਫਲਾਣਾ ਦੁਸ਼ਮਣ ਕਿਉਂ ਹੈ? ਵੀ ਮੈਂ ਫਲਾਨੀ ਚੀਜ਼ ਮੰਗੀ ਸੀ, ਉਹਨੇ ਮੈਨੂੰ ਨਹੀਂ ਦਿੱਤੀ, ਮੈਂ ਨਹੀਂ ਉਹਨੂੰ ਬੁਲਾਉਣਾ। ਜੇ ਕਿਸੇ ਨੇ ਦੇ ਦਿੱਤੀ ਉਹ ਇਹਦਾ ਮਿੱਤਰ ਆ। ਇਹ ਤੇ ਬਸ ਇਹੀ ਇਹਦੀ ਜ਼ਿੰਦਗੀ ਦਾ ਤਾਲਮੇਲ ਹੈ। ਆਸਾ ਅੰਦਰ ਜੰਮਿਆ, ਆਸਾ ਰਸ ਕਸ ਖਾਏ। ਸਭ ਕਹਿੰਦੇ ਆਸਾ ਦੇ ਵਿੱਚ ਹੀ ਜੀਵਨ ਬੱਝਾ ਹੋਇਆ, ਇਹ ਜਨਮ ਲਿਆ ਇਹਨੇ। ਤੇ ਜਦ ਤੱਕ ਜਗਤ ਵਿੱਚ ਜਿਉਂਦਾ ਰਿਹਾ, ਇਹ ਆਸ਼ਾਵਾਂ ਦੇ ਪ੍ਰਭਾਵ ਹੇਠ ਹੀ ਰਿਹਾ। ਪੁੱਤ ਨੂੰ ਕਿਉਂ ਪਾਲਦਾ ਹੈ? ਵੱਡਾ ਹੋਵੇਗਾ, ਮੈਨੂੰ ਸੰਭਾਲੇਗਾ, ਘਰ-ਬਾਰ ਜਿਹੜਾ ਮੈਂ ਆਪਣੇ ਪੁੱਤਰ, ਸਾਰੀ ਉਮਰ ਤਾਂ ਹੀ ਪੁੱਤਰ ਦੇ ਮੱਥੇ ਨੂੰ ਚੁੰਮਦਾ ਰਹਿੰਦਾ, ਪੁੱਤਰ ਵਾਸਤੇ ਸਭ ਕੁਝ ਕਰਦਾ ਰਹਿੰਦਾ। ਪਰ ਜਦੋਂ ਬੁਢੇਪਾ ਆਉਂਦਾ, ਉਹੀ ਪੁੱਤਰ ਲੱਤ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ। ਕਿਉਂਕਿ ਜਿਸ ਆਸ਼ਾ ਜਿੱਤੇ ਬੰਨੀ ਹੁੰਦੀ ਹੈ, ਜਦੋਂ ਆਸ ਪੂਰੀ ਨਹੀਂ ਹੁੰਦੀ, ਫਿਰ ਬਿਲਕਦਾ ਹੈ, ਤਕਲੀਫ ਵਿੱਚ ਆਉਂਦਾ ਹੈ। ਤਾਂ ਸਭ ਕਹਿੰਦੇ ਆਸ ਰੱਖੀ ਨਾ, ਆਸ ਹੀ ਪ੍ਰਮਾਤਮਾ ਤੇ ਰੱਖ। ਫਰਜ਼ ਨਿਭਾਉਣਾ ਹੈ, ਬੱਚਿਆਂ ਨੂੰ ਪਾਲਣ ਦਾ, ਪਰਵਰਿਸ਼ ਕਰਨ ਦਾ, ਉਹਨਾਂ ਨੂੰ ਚੰਗੀ ਸਿੱਖਿਆ ਦੇਣ ਦਾ।
ਜਿੱਥੇ ਉਹਨਾਂ ਨੂੰ ਧਨ ਕਮਾਉਣਾ ਸਿਖਾਉਣਾ ਹੈ, ਉੱਥੇ ਗੁਰਮਤ ਸਿਖਾਉਣੀ ਵੀ ਸਿਖਾਉਣੀ ਹੈ। ਮੈਂ ਕੱਲ ਦੀ ਬੇਨਤੀ ਵੀ ਕੀਤੀ ਸੀ, ਅਸੀਂ ਇੱਕ ਚੰਗੇ ਮਾਤਾ ਪਿਤਾ ਨਹੀਂ ਬਣ ਪਾਏ, ਜਿਹੜੇ ਬਣੇ ਨੇ ਮੁਬਾਰਕ ਆ। ਅਸੀਂ ਬੱਚਿਆਂ ਆਪਣਿਆਂ ਦੇ ਦਿਮਾਗ ਵਿੱਚ ਇਹ ਤੇ ਪੈਦਾ ਕੀਤਾ, ਭਾਈ ਤੂੰ ਡਾਕਟਰ ਬਣਨਾ ਚਾਹੀਦਾ ਹੈ। ਇਹ ਤੇ ਪੈਦਾ ਕੀਤਾ ਬੱਚੇ ਦੇ ਦਿਮਾਗ ਵਿੱਚ ਵੀ ਅਸੀਂ ਤੈਨੂੰ ਇੱਕ ਵਧੀਆ ਅਫਸਰ ਬਣਾਉਣਾ ਚਾਹੁੰਦੇ ਹਾਂ। ਪਰ ਕੀ ਅਸੀਂ ਉਹਨਾਂ ਨੂੰ ਗੁਰਬਾਣੀ ਦੀ ਸਮਝ ਦਿੱਤੀ? ਕਿ ਜਿੱਥੇ ਉਹਨਾਂ ਦੇ ਵਿਚਾਰਾਂ ਦਾ ਜਿਹੜਾ ਸੋਮਾ ਸੀ, ਉਹ ਵਿਚਾਰਾਂ ਦੇ ਸੋਮੇ ਦੇ ਵਿੱਚ ਅੰਮ੍ਰਿਤ ਗੁਰਬਾਣੀ ਦਾ ਪਾਇਆ। ਕਿਉਂਕਿ ਜਿਹੜਾ ਇਹ ਭਾਂਡਾ ਵਾ ਨਾ, ਇਹ ਬਚਪਨ ਦੇ ਵਿੱਚ ਸਾਡੇ ਕੋਲ ਹੁੰਦਾ ਹੈ। ਜਦੋਂ ਬੱਚਾ ਬਚਪਨ 'ਚ ਹੁੰਦਾ ਨਾ, ਅਸੀਂ ਇਸ ਭਾਂਡੇ ਵਿੱਚ ਜੋ ਪਾਵਾਂਗੇ ਉਹ ਨਿਕਲੇਗਾ। ਜੇ ਮਾਤਾ ਪਿਤਾ ਤ੍ਰਿਸ਼ਨਾਲੂ ਨੇ, ਮਾਤਾ ਪਿਤਾ ਈਰਖਾਲੂ ਨੇ, ਮਾਤਾ ਪਿਤਾ ਦੀਆਂ ਗੱਲਾਂ ਦੇ ਵਿੱਚ ਨਿਤ ਇੱਕ ਦੂਸਰੇ ਦੇ ਪ੍ਰਤੀ ਗਾਲੀ ਗਲੋਚ ਹੈ, ਅਸੀਂ ਉਸ ਭਾਂਡੇ ਵਿੱਚ ਪਾ ਰਹੇ ਹਾਂ, ਇੰਸਟਾਲ ਕਰ ਰਹੇ ਹਾਂ, ਤੇ ਉਹ ਐਕਟੀਵੇਟ ਹੋਣਾ ਹੈ। ਤੇ ਉਹ ਐਕਟੀਵੇਟ ਹੋਣਾ ਹੈ ਜਦੋਂ ਉਹਨੇ ਪਾਵਰ 'ਚ ਆਉਣਾ ਹੈ। ਜਦੋਂ ਅਸੀਂ ਆਪਣੀ ਇਹ ਮਾਤਾ ਪਿਤਾ ਦਾ ਫਰਜ਼ ਹੈ, ਅਸੀਂ ਆਪਣੇ ਬੱਚੇ ਦੇ ਭਾਂਡੇ ਵਿੱਚ ਗੁਰਬਾਣੀ ਪਾਈਏ, ਉਹਨੂੰ ਇਹ ਕਹੀਏ ਵੀ ਡਾਕਟਰ ਜ਼ਰੂਰ ਬਣ, ਪਰ ਇੱਕ ਗੁਰਮੁਖ ਡਾਕਟਰ ਬਣ, ਗੁਰੂ ਦੀ ਮੱਤ ਤੇ ਚੱਲਿਆ ਗਿਆਨੀ ਡਾਕਟਰ ਬਣ। ਉਹ ਜੇ ਡਾਕਟਰ ਦੀ ਕੁਰਸੀ ਤੇ ਬੈਠਾ ਹੋਵੇਗਾ ਨਾ, ਉੱਥੇ ਵੀ ਗੁਰਮਤ ਦਾ ਪ੍ਰਚਾਰ ਕਰੇਗਾ। ਜੇ ਉਹ ਅਧਿਆਪਕ ਹੋਵੇਗਾ, ਉੱਥੇ ਵੀ ਗੁਰਮਤ ਦਾ ਪ੍ਰਚਾਰ ਕਰੇਗਾ। ਉਹਦੇ ਦਿਮਾਗ ਦੇ ਵਿੱਚ ਗੁਰਮਤ ਦੀ ਪੱਟੀ ਐਨ ਪੂਰੀ ਤਰ੍ਹਾਂ ਭਰ ਜਾਵੇਗੀ। ਉਹਦੇ ਅੰਦਰ ਦੱਖਣੀ ਓਂਕਾਰ ਦੀ ਬਾਣੀ ਪੂਰੇ ਤਰੀਕੇ ਨਾਲ ਘਰ ਘਰ ਜਾਵੇਗੀ। ਅਸੀਂ ਜ਼ਿੰਦਗੀ ਨਹੀਂ ਬਣਾ ਰਹੇ, ਅਸੀਂ ਆਸ਼ਾਵਾਂ ਬੱਚਿਆਂ ਤੋਂ ਤੱਕੀਆਂ ਨੇ, ਅਸੀਂ ਉਸ ਆਸਾ 'ਚ ਹੀ ਪਾਲ ਰਹੇ ਹਾਂ। ਉਹੀ ਬੱਚੇ ਫਿਰ ਅੱਗੇ ਆਸ਼ਾਵਾਂ ਦੇ ਵਿੱਚ ਖਲੋਤੇ ਨੇ। ਆਸਾ ਅੰਦਰ ਜੰਮਿਆ, ਆਸਾ ਰਸ ਕਸ ਖਾਏ। ਤੇ ਸਾਹਿਬ ਕਹਿੰਦੇ ਸਾਰੀ ਜ਼ਿੰਦਗੀ ਇਸ ਆਸਾ ਦੇ ਪ੍ਰਭਾਵ ਹੇਠ ਹੀ ਮਿੱਠੇ ਕਸੈਲੇ ਆਦਿਕ ਰਸਾਂ ਵਾਲੇ ਪਦਾਰਥਾਂ ਨੂੰ ਖਾਈ ਜਾਂਦਾ ਹੈ। ਸਾਰੀ ਜ਼ਿੰਦਗੀ ਇਹਦੇ ਆਲੇ ਦੁਆਲੇ ਗਵਾਈ ਜਾਂਦਾ ਹੈ। ਆਸਾ ਬੰਦ ਚਲਾਈ ਹੈ, ਮੂੰਹ ਚੋਟਾਂ ਖਾਏ। ਆਸਾ ਬੰਦ ਅਰਥ ਹੈ ਬੰਨ ਕੇ, ਚਲਾਈ ਹੈ ਤੋਰਿਆ ਜਾਂਦਾ ਹੈ। ਮੂੰਹ ਮੁੜ ਮੂੰਹ ਉੱਤੇ। ਸਾਹਿਬ ਕਹਿੰਦੇ ਉਮਰ ਪੁੱਗ ਜਾਣ ਤੇ, ਉਮਰ ਪੁੱਗ ਗਈ ਹੈ, ਬੁਢੇਪੇ ਤੇ ਆ ਗਿਆ ਹੈ, ਤਾਂ ਵੀ ਆਸਾ ਤੇ ਤ੍ਰਿਸ਼ਨਾ ਦੇ ਬੰਧਨ ਵਿੱਚ ਬੱਝਾ ਹੋਇਆ ਹੀ ਇੱਥੋਂ ਤੁਰਦਾ ਹੈ। ਤਾਂ ਵੀ ਆਸ਼ਾ ਹੀ ਮਨ 'ਚ ਨੇ, ਬੰਧਨ ਹੀ ਮਨ 'ਚ ਨੇ। ਹੁਣ ਜੀਵਨ ਹੋ ਗਿਆ ਹੈ, ਨਹੀਂ ਅਜੇ ਪੋਤੇ ਦਾ ਵੀ ਮੂੰਹ ਵੇਖਣਾ ਹੈ, ਅਜੇ ਉਹਦਾ ਵੀ ਵਿਆਹ ਵੇਖਣਾ ਹੈ। ਪੋਤਾ ਹੋ ਗਿਆ, ਹੁਣ ਇਹਦਾ ਵਿਆਹ ਵੀ ਵੇਖਣਾ ਹੈ। ਆਸ਼ਾਵਾਂ ਦੇ ਵਿੱਚ ਹੀ ਜ਼ਿੰਦਗੀ ਹੈ। ਤੋ ਸਾਹਿਬ ਕਹਿੰਦੇ ਸਾਰੀ ਉਮਰ ਆਸਾ ਤੇ ਤ੍ਰਿਸ਼ਨਾ ਵਿੱਚ ਫਸਿਆ ਰਹਿਣ ਕਰਕੇ ਮੁੜ ਮੂੰਹ ਉੱਤੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਹੈ। ਨਿਤ ਇਹਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ, ਕਿਉਂਕਿ ਇਹ ਗੁਰੂ ਦੇ ਦੱਸੇ ਸਿਧਾਂਤ ਤੋਂ ਵਾਂਝਾ ਹੋ ਚੁੱਕਿਆ ਹੈ। ਆਵਗਣ ਬੱਦਾ ਮਾਰੀਐ, ਛੁਟੈ ਗੁਰਮਤਿ ਨਾਏ। ਸਾਹਿਬ ਕਹਿੰਦੇ ਵਿਕਾਰੀ ਜੀਵਨ ਦੇ ਕਾਰਨ ਸਾਰੀ ਜ਼ਿੰਦਗੀ ਆਸ਼ਾ ਤੇ ਤ੍ਰਿਸ਼ਨਾ ਨੂੰ ਕਮਾਉਂਦਾ ਰਿਹਾ, ਇਹਨਾਂ ਵਿਕਾਰਾਂ ਦੇ ਵਿੱਚ ਬੱਝਾ ਰਿਹਾ। ਬਹੁਤ ਪਿਆਰਾ ਬਚਨ ਨੇ ਅੱਗ 7ਵਾਂ ਨੰਬਰ ਬੰਦ ਦਾ, ਆਵਗਣ ਬੱਦਾ ਮਾਰੀ ਹੈ, ਛੁਟੈ ਗੁਰਮਤਿ ਨਾਏ। ਸਾਹਿਬ ਕਹਿੰਦੇ ਵਿਕਾਰੀ ਜੀਵਨ ਜਿਹੜਾ ਇਹਨੇ ਜੀਵਿਆ ਨਾ, ਕਦੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਅਧੀਨ ਰਹਿ ਕੇ, ਤੇ ਆਸਾ ਤੇ ਤ੍ਰਿਸ਼ਨਾ ਦੀ ਜਿਹੜੀ ਮਾਰ ਇਹ ਰੋਜ਼ ਖਾਂਦਾ ਰਿਹਾ, ਜਿਹਦੇ ਵਿੱਚ ਬੱਝਾ ਰਿਹਾ। ਇਹ ਤੋਂ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਸੀ ਇਹਦੇ ਕੋਲ। ਇਹਨੂੰ ਬਾਰ-ਬਾਰ ਸਮਝਾਇਆ ਗਿਆ, ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ, ਗੁਰਬਾਣੀ ਵਿਚਾਰ ਦੇ ਰਾਹੀਂ, ਵੀ ਸਮਝ ਜਾ। ਇਹਦਾ ਇੱਕੋ ਇੱਕ ਤਰੀਕਾ ਸੀ ਬਚਣ ਦਾ, ਜੇ ਇਹ ਗੁਰੂ ਦੀ ਸਿੱਖਿਆ ਲੈ ਕੇ, ਛੁਟੈ ਗੁਰਮਤਿ ਨਾਏ, ਜੇ ਇਹ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾਉਂਦਾ, ਪਰਮਾਤਮਾ ਦੇ ਹੁਕਮ ਤੇ ਉਹਦੀ ਰਜ਼ਾ ਦੇ ਵਿੱਚ ਤੁਰਦਾ, ਤਾਂ ਇਹਦੇ ਜੀਵਨ ਵਿੱਚੋਂ ਆਸਾ ਤੇ ਤ੍ਰਿਸ਼ਨਾ ਦਾ ਜਿਹੜਾ ਜਾਲ ਇਹਦੇ ਆਲੇ ਦੁਆਲੇ ਬੁਣਿਆ ਹੋਇਆ ਸੀ ਨਾ, ਇਹ ਖਤਮ ਹੋ ਸਕਦਾ ਸੀ। ਉਤੋਂ ਇਹਦੀ ਮੁਕਤੀ ਹੋ ਸਕਦੀ ਸੀ, ਉਤੋਂ ਇਹਦੀ ਖਲਾਸੀ ਹੋ ਸਕਦੀ ਸੀ। ਪਰ ਇਹਨੇ ਉਧਰਲੇ ਬੰਨੇ ਧਿਆਨ ਹੀ ਨਹੀਂ ਦਿੱਤਾ। ਆਪਾਂ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਦੇਖ ਲਈਏ, ਅਸੀਂ ਬਾਣੀ ਦਾ ਪਾਠ ਤੇ ਕਰ ਰਹੇ ਹਾਂ, ਮੁਬਾਰਕਿਆ ਨਿਤਨੇਮ ਕਰਦੇ ਹਾਂ, ਕਿ ਸਾਡੀ ਜ਼ਿੰਦਗੀ 'ਚ ਉਹ ਨਿਤਨੇਮ ਦੇ ਦਰਸ਼ਨ ਹੋ ਰਹੇ ਨੇ, ਕਿ ਸਾਡੀ ਜ਼ਿੰਦਗੀ ਵਿੱਚੋਂ ਗੁਰਬਾਣੀ ਦੇ ਦਰਸ਼ਨ ਹੋ ਰਹੇ ਨੇ। ਜੇ ਅਸੀਂ ਸਿਰ ਤੇ ਦਸਤਾਰ ਬੰਨੀ ਹੈ,
ਇਹ ਦਸਤਾਰ ਨਹੀਂ ਹੈ, ਇਹ ਸਪਿਰਿਚੁਅਲ ਕਰਾਊਨ ਆ, ਸਾਡੀ ਆਤਮਾ ਦਾ ਤਾਜ ਆ, ਜੋ ਸਾਨੂੰ ਇਹ ਆਈਡੈਂਟੀਫਾਈ ਕਰਦੀ ਹੈ ਕਿ ਜਿਹਦੇ ਸਿਰ ਉੱਪਰ ਇਹ ਦਸਤਾਰ ਆ ਨਾ, ਜਿਹੜੀ ਦਸਤਾਰ ਦੇ ਥੱਲੇ ਉਹਦੀ ਮੱਤ ਆ ਨਾ, ਉਹ ਮੱਤ ਗੁਰਮਤ ਦੀ ਹੈ। ਉਸ ਮੱਤ ਦੇ ਵਿੱਚ ਕੋਈ ਵਿਤਕਰਾ ਨਹੀਂ ਹੈ, ਉਸ ਮੱਤ ਵਿੱਚ ਕੋਈ ਈਰਖਾ ਨਹੀਂ ਹੈ, ਉਸ ਮੱਤ ਵਿੱਚ ਕੋਈ ਬੇਗਾਨਾ ਨਹੀਂ ਹੈ। ਜਿਹੜੀ ਪੱਗ ਦੇ ਥੱਲੇ ਬੈਠੀ ਹੋਈ ਮੱਤ ਆ ਨਾ, ਜਿਹੜੀ ਦਿਮਾਗ ਦੇ ਵਿੱਚ, ਇਹ ਪੱਗ ਉਹਨੂੰ ਆਈਡੈਂਟੀਫਾਈ ਕਰਦੀ ਹੈ ਕਿ ਇਸ ਮੱਤ ਵਿੱਚ ਕੇਵਲ ਇੱਕ ਅਕਾਲ ਪੁਰਖ ਦੇ ਪ੍ਰਥਾਏ ਪ੍ਰੇਮ ਆ, ਇਸ ਮੱਤ ਵਿੱਚ ਕੇਵਲ ਸੱਚ ਆ, ਇਹ ਮੱਤ ਸੱਚ ਨਾਲ ਖਲੋਵੇਗੀ ਤੇ ਸੱਚ ਦੇ ਨਾਲ ਰਵੇਗੀ। ਇਸ ਮੱਤ ਵਿੱਚ ਕੋਈ ਝੂਠ ਨਹੀਂ, ਇਸ ਮੱਤ ਵਿੱਚ ਕੋਈ ਬੇਈਮਾਨੀ ਨਹੀਂ। ਇਹ ਪ੍ਰਤੀਕ ਆ ਪੱਗ। ਹੁਣ ਅਸੀਂ ਪੱਗ ਤੇ ਬੰਨੀ ਹੈ, ਪਰ ਸਾਡੀ ਮੱਤ ਦੇ ਵਿੱਚ ਤੇ ਈਰਖਾ ਹੈ, ਮੱਤ ਦੇ ਵਿੱਚ ਤੇ ਨਫ਼ਰਤ ਆ, ਮੱਤ ਵਿੱਚ ਤੇ ਬੇਈਮਾਨੀ ਭਰੀ ਪਈ ਹੈ। ਮੱਤ ਵਿੱਚ ਤੇ ਪਹਿਲਾਂ ਤੇ ਹੁੰਦਾ ਸੀ ਵੰਡੀਆਂ ਜਾਤਾਂ ਪਾਤਾਂ ਦੀਆਂ, ਹੁਣ ਵੰਡੀਆਂ ਨੇ ਸੰਪਰਦਾਵਾਂ ਦੀਆਂ। ਕਿੱਥੋਂ ਜਾ ਕੇ ਖਲੋਵਾਂਗੇ? ਗੁਰੂ ਨਾਨਕ ਦੀ ਬਾਣੀ ਤੇ ਪਿੱਛੇ ਰਹਿ ਗਈ, ਗੁਰੂ ਨਾਨਕ ਦਾ ਸਿੱਖ ਤੇ ਪਿੱਛੇ ਰਹਿ ਗਿਆ। ਹੁਣ ਤੇ ਪਤਾ ਨਹੀਂ ਕਿਹਦਾ ਕਿਹਦਾ ਸਿੱਖ ਬਣਿਆ ਫਿਰਦਾ ਹੈ, ਕਿਤੇ ਗੁਰੂ ਦੀ ਗੱਲ ਸਮਝ ਆ ਜਾਵੇ। ਅਗਲਾ ਬੰਦ ਹੈ 8ਵਾਂ ਬੰਦ। ਜਦੋਂ ਮੱਤ ਗੁਰਮਤ ਤੇ ਚੱਲੀ, ਕੈਸਾ ਜੀਵਨ ਬਣਿਆ। ਸਰਬੇ ਥਾਈ ਏਕ ਤੂੰ, ਜਿਉ ਭਾਵੈ ਤਿਉ ਰਾਖ। ਹੇ ਮੇਰਿਆ ਪਾਤਸ਼ਾਹ, ਇੱਕ ਗੱਲ ਸਮਝ ਪੈ ਗਈ ਹੈ ਤੇਰੀ ਮੱਤ ਤੇ ਚੱਲ ਕੇ, ਹਰ ਜਗ੍ਹਾ ਕੇਵਲ ਤੂੰ ਹੀ ਵਸਦਾ ਹੈ, ਕੇਵਲ ਇੱਕੋ ਇੱਕ ਤੂੰ ਹੈ। ਤੇ ਮੇਰੀ ਅਰਦਾਸ ਆ, ਜਿਉ ਭਾਵੇਂ ਤਿਉ ਰਾਖ, ਜਿਵੇਂ ਤੇਰੀ ਮਰਜ਼ੀ ਆ ਨਾ, ਜਿਵੇਂ ਤੇਰਾ ਭਾਣਾ ਹੈ, ਜਿਵੇਂ ਤੇਰਾ ਹੁਕਮ ਆ, ਤੂੰ ਮੈਨੂੰ ਤਿਵੇਂ ਰੱਖ, ਕਿਉਂਕਿ ਮੈਂ ਤੇਰੀ ਰਜ਼ਾ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ। ਗੁਰਮਤਿ ਸਾਚਾ ਮਨ ਵਸੈ, ਨਾਮ ਭਲੋ ਪਤ ਸਾਖ। ਹੇ ਪ੍ਰਭੂ, ਤੇਰੇ ਸਦਾ ਥਿਰ ਰਹਿਣ ਵਾਲੇ ਸ਼ੁਭ ਗੁਣ, ਤੇਰਾ ਹੁਕਮ, ਤੇਰਾ ਨਾਮ ਹੀ ਸਾਡੇ ਜੀਵਨ ਦਾ ਸਾਥੀ ਹੈ, ਕਿਉਂਕਿ ਤੂੰ ਹੀ ਸਾਡਾ ਸਹਾਰਾ ਹੈ, ਤੂੰ ਹੀ ਸਾਡਾ ਸਾਥੀ ਹੈ। ਤੇ ਸੱਚ ਜਾਣੀ, ਤੇਰਾ ਹੁਕਮ, ਤੇਰਾ ਨਾਮ ਹੀ ਇੱਜ਼ਤ ਵਾਲਾ ਹੈ, ਪੱਤ ਵਾਲਾ ਹੈ। ਤੇ ਜਿਹੜਾ ਤੇਰੇ ਨਾਮ ਦੇ ਉੱਤੇ ਤੁਰ ਪੈਂਦਾ ਹੈ, ਜੋ ਤੇਰੇ ਨਾਮ ਨੂੰ, ਤੇਰੇ ਹੁਕਮ ਨੂੰ ਜੀਵਨ ਵਿੱਚ ਫਾਲੋ ਕਰਦਾ ਹੈ, ਉਹ ਆਪਣੇ ਜੀਵਨ ਵਿੱਚ ਗੁਰੂ ਦੀ ਮੱਤ ਨੂੰ ਧਾਰਨ ਕਰਦਾ ਹੈ, ਤੇ ਉਹਦੇ ਜੀਵ ਦੇ ਮਨ ਵਿੱਚ ਸਦਾ ਵਾਸਤੇ ਫਿਰ ਤੂੰ ਵਸ ਜਾਂਦਾ ਹੈ। ਗੁਰਮਤਿ ਸਾਚਾ ਮਨ ਵਸੈ। ਗੁਰੂ ਦੀ ਮੱਤ ਤੇ ਚੱਲ ਕੇ ਸਦਾ ਅਟਲ ਰਹਿਣ ਵਾਲਾ ਸੱਚਾ ਪਰਮਾਤਮਾ ਫਿਰ ਹਿਰਦੇ ਘਰ ਦੇ ਵਿੱਚ ਵਸਦਾ ਨਜ਼ਰ ਆਉਣ ਲੱਗ ਪੈਂਦਾ ਹੈ। ਨਾਮ ਭਲੋ ਪਤ ਹੋਏ, ਤੇ ਇਸ ਸੱਚੇ ਹੁਕਮ ਨੂੰ ਮੰਨਿਆ, ਪਰਮਾਤਮਾ ਦੇ ਨਾਮ ਨੂੰ ਮੰਨਿਆ, ਉਹਦੇ ਹੁਕਮ ਦੇ ਵਿੱਚ ਤੁਰਿਆ, ਇੱਜ਼ਤ ਵਾਲਾ, ਪੱਤ ਵਾਲਾ ਮਨੁੱਖ ਦਾ ਜੀਵਨ ਬਣ ਜਾਂਦਾ ਹੈ। ਹਉਮੈ ਰੋਗ ਗਵਾਈਐ, ਸ਼ਬਦ ਸੱਚੈ ਸੱਚ ਭਾਖ। ਕਹਿੰਦੇ ਜਦੋਂ ਗੁਰੂ ਜੀ ਦੇ ਸੱਚੇ ਸ਼ਬਦ ਨੂੰ ਜੀਵਨ ਵਿੱਚ ਵਸਾਇਆ, ਗੁਰੂ ਜੀ ਦੇ ਸੱਚੇ ਸ਼ਬਦ ਦੀ ਵਿਚਾਰ ਦੇ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਫਾਲੋ ਕੀਤਾ, ਉਹਦੇ ਗੁਣ ਜੀਵਨ ਵਿੱਚ ਟਿਕੇ, ਤੇ ਕੀ ਹੋਇਆ? ਹਉਮੈ ਰੋਗ ਗਵਾਈਏ। ਜਿਹੜੀ ਹਉਮੈ ਦਾ ਰੋਗ ਵਿੱਚ ਜੀਵਨ ਗਰਸਿਆ ਹੋਇਆ ਸੀ ਨਾ, ਈਗੋ ਦੇ ਵਿੱਚ, ਮੈਂ ਵਿੱਚ, ਇਹ ਦੂਰ ਹੋ ਗਿਆ, ਜੀਵਨ ਨਿਰਮਲ ਹੋ ਗਿਆ। ਇੱਥੇ ਤੱਕ 8ਵਾਂ ਸਟੈਂਜਾ ਸੀ। ਆਖਰੀ ਸਟੈਂਜਾ ਹੈ 9 ਨੰਬਰ ਬੰਦ। ਆਕਾਸ਼ੀ ਪਾਤਾਲ ਤੂੰ, ਤ੍ਰਿਭਵਨ ਰਿਆ ਸਮਾਏ। ਹੇ ਪ੍ਰਭੂ ਜੀ, ਹੁਣ ਹੋਂਦ ਵੱਖਰੀ ਮਿਟ ਗਈ ਹੈ, ਹਉਮੈ ਮਿਟ ਗਈ ਹੈ, ਤੇਰੇ ਵਿੱਚ ਸਮਾਈ ਹੋ ਗਈ ਹੈ। ਹੁਣ ਇਹ ਸਮਝ ਆ ਗਈ ਹੈ, ਆਕਾਸ਼ਾਂ ਵਿੱਚ, ਪਤਾਲਾਂ ਵਿੱਚ, ਤਿੰਨਾਂ ਭਵਨਾਂ ਵਿੱਚ ਤੂੰ ਹਰ ਥਾਂ ਵਿਆਪਕ ਹੈ। ਆਪੇ ਭਗਤੀ ਭਾਓ ਤੂੰ, ਆਪੇ ਮਿਲੈ ਮਿਲਾਏ। ਤੂੰ ਆਪ ਹੀ ਹੈ ਜੋ ਜੀਵਾਂ ਨੂੰ ਆਪਣੀ ਭਗਤੀ, ਆਪਣਾ ਪਿਆਰ ਬਖਸ਼ਦਾ ਹੈ, ਆਪਣਾ ਪ੍ਰੇਮ ਬਖਸ਼ਦਾ ਹੈ। ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾ ਸਕਦਾ ਹੈ। ਨਾਨਕ ਨਾਮ ਨ ਵਿਸੁਰੈ, ਜਿਉ ਭਾਵੈ ਤਿਵੈ ਰਜ਼ਾਏ। ਹੇ ਨਾਨਕ ਜੀ, ਪ੍ਰਭੂ ਦੇ ਦਰ ਤੇ ਅਰਦਾਸ ਕਰਦਾ ਹਾਂ, ਬੇਨਤੀਆਂ ਕਰਦਾ ਹਾਂ, ਜੋਦੜੀਆਂ ਕਰਦਾ ਹਾਂ। ਹੇ ਪ੍ਰਭੂ ਜੀ, ਮੈਨੂੰ ਕਦੀ ਵੀ ਤੇਰਾ ਨਾਮ ਨਾ ਵਿਸਰੇ, ਮੈਂ ਕਦੀ ਵੀ ਤੇਰੀ ਰਜ਼ਾ ਤੋਂ ਬਾਹਰ ਨਾ ਜਾਵਾਂ।
ਸਦਾ ਵਾਸਤੇ ਤੇਰੇ ਹੁਕਮ ਤੇ ਤੇਰੀ ਰਜ਼ਾ ਦੇ ਵਿੱਚ ਰਵਾਂ, ਤੇ ਮਨ ਦਾ ਇਹ ਜੀ ਅਵਸਥਾ ਬਣ ਜਾਵੇ, ਜਿਉਂ ਭਾਵੇਂ ਤਿਵੇਂ ਰਜ਼ਾ ਹੈ। ਜਿਵੇਂ ਤੇਰੀ ਰਜ਼ਾ ਹੈ, ਜਿਵੇਂ ਤੇਰਾ ਭਾਣਾ ਹੈ, ਉਹਦੇ ਵਿੱਚ ਮੈਂ ਸਮਾ ਜਾਵਾਂ। ਆਪਣੀਆਂ ਮਨ ਆਈਆਂ, ਆਪਣੀਆਂ ਚਤੁਰਾਈਆਂ, ਆਪਣੀਆਂ ਸਿਆਣਪਾਂ ਆਪਣੇ ਜੀਵਨ ਦੇ ਵਿੱਚੋਂ ਕੱਢ ਦੇਵਾਂ। ਸੱਚ ਜਾਣਿਓ, ਬੜਾ ਆਨੰਦ ਜੇ, ਬੜਾ ਆਨੰਦ ਜੇ। ਜਿੱਦਣ ਜ਼ਿੰਦਗੀ ਗੁਰੂ ਦੀ ਮੱਤ ਤੇ ਤੁਰਨ ਲੱਗ ਪਈ, ਆਹ ਜਿਹੜਾ ਸੰਸਾਰ ਰੂਪੀ ਭਵਜਲ ਸਾਗਰ ਆ ਨਾ, ਜੇ ਇਹਦੇ ਵਿੱਚ ਹੱਥ ਪੈਰ ਮਾਰਨੇ ਬੰਦ ਕਰਕੇ ਸਮਰਪਣ ਕਰ ਦੇਵਾਂਗੇ ਅਕਾਲ ਪੁਰਖ ਦੇ ਸੱਚ ਦੇ ਜਹਾਜ਼ ਵਿੱਚ ਬਹਿਣ ਦਾ, ਤਰ ਜਾਵਾਂਗੇ। ਪਰ ਜੇ ਹੱਥ ਪੈਰ ਮਾਰਾਂਗੇ ਤੇ ਡੁੱਬ ਜਾਵਾਂਗੇ। ਜ਼ਿੰਦਗੀ ਸਾਡੇ ਹੱਥ ਆ। ਗੁਰੂ ਜੀ ਨੇ ਸਾਡੇ ਸਾਹਮਣੇ ਜੀਵਨ ਰੱਖ ਦਿੱਤਾ ਹੈ। ਇੱਕ ਜੀਵਨ ਮਨ ਦੀ ਮੱਤ ਪਿੱਛੇ ਲੱਗਣ ਵਾਲਿਆਂ ਦਾ ਹੈ, ਉਹਨਾਂ ਦੀ ਜ਼ਿੰਦਗੀ ਕਿਵੇਂ ਵਿਅਰਥ ਤੇ ਬਰਬਾਦ ਹੋ ਰਹੀ ਹੈ। ਇੱਕ ਉਹਨਾਂ ਦਾ ਜੀਵਨ ਹੈ ਜੋ ਗੁਰੂ ਦੀ ਮੱਤ ਤੇ ਚੱਲਦੇ ਨੇ। ਹੁਣ ਅਸੀਂ ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਜੀਵਨ ਚੁਣਨਾ ਹੈ, ਇਹ ਸਾਡੇ ਤੇ ਨਿਰਭਰ ਆ। ਜੇ ਅਸੀਂ ਗੁਰਮਤਿ ਦਾ ਜੀਵਨ ਜਿਉਂਦੇ ਹਾਂ ਤੇ ਜੀਵਨ ਸਚਿਆਰ, ਨਿਰਮਲ, ਪਿਆਰਾ ਤੇ ਖੇੜੇ ਵਾਲਾ, ਆਨੰਦ ਵਾਲਾ ਬਣਦਾ ਹੈ। ਤੇ ਜੇ ਜੀਵਨ ਵਿਕਾਰਾਂ ਦਾ ਚੁਣਾਂਗੇ, ਉਹਦੇ ਵਿੱਚ ਧਨ ਸ਼ਾਇਦ ਬਹੁਤ ਆ ਜਾਵੇ, ਸ਼ਾਇਦ ਕੋਠੀਆਂ ਬੰਗਲੇ ਵੱਡੇ ਖੜੇ ਹੋ ਜਾਣ, ਸ਼ਾਇਦ ਮਾਇਆ ਵੀ ਬਹੁਤ ਹੋਵੇ, ਪਰ ਜੀਵਨ ਵਿੱਚ ਸਕੂਨ ਤੇ ਆਨੰਦ ਨਹੀਂ ਹੋਵੇਗਾ। ਹੁਣ ਇਹ ਸਾਡੀ ਮਰਜ਼ੀ ਹੈ, ਅਸੀਂ ਕੀ ਫਾਲੋ ਕਰਦੇ ਹਾਂ। ਆਓ ਗੁਰੂ ਦੀ ਮੱਤ ਨੂੰ ਅਪਣਾਈਏ, ਗੁਰੂ ਦੇ ਦੱਸੇ ਰਾਹ ਤੇ ਚਲੀਏ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ। ਰੋਜ਼ਾਨਾ ਗਲੋਬਲ ਗੁਰਬਾਣੀ ਵਿਚਾਰ ਵੱਲੋਂ ਗਲੋਬਲ WhatsApp ਗਰੁੱਪ ਦੇ ਨਾਲ Facebook ਲਾਈਵ ਆਡੀਓ ਦੇ ਮਾਧਿਅਮ ਰਾਹੀਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਆਪ ਜੀ ਕੇ ਸਨਮੁਖ ਰੱਖੀ ਜਾ ਰਹੀ ਹੈ। ਅਸ਼ਟਪਦੀਆਂ ਦੇ ਪਾਵਨ ਸ਼ਬਦ ਚੱਲ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ। ਕਿਵੇਂ ਲੱਗੇ ਅੱਜ ਦੇ ਵਿਚਾਰ, ਜ਼ਰੂਰ ਸਾਂਝ ਪਾਉਣੀ। ਹੱਥ ਜੋੜ ਕੇ ਬੇਨਤੀ ਹੈ, ਵੱਧ ਤੋਂ ਵੱਧ ਸ਼ੇਅਰ ਕਰਨਾ। ਰੋਜ਼ਾਨਾ ਇੰਡੀਆ ਦੇ ਟਾਈਮ ਸਵੇਰੇ 7:30 ਵਜੇ ਆਪ ਦੇ ਸਨਮੁਖ ਲਾਈਵ Facebook ਦੇ ਉੱਪਰ ਹਾਜ਼ਰ ਹੁੰਦੇ ਹਾਂ। ਬਹੁਤ ਬਹੁਤ ਧੰਨਵਾਦ। ਦਾਸਰਾ ਹਰਮਨਪ੍ਰੀਤ ਸਿੰਘ ਸਦਾ ਆਪ ਦਾ ਰਿਣੀ ਹੈ। ਆਪ ਗੁਰੂ ਕੀਆਂ ਸੰਗਤਾਂ ਦਾ ਪਿਆਰ ਸਦਾ ਪਿਆਰ ਮਿਲਦਾ ਰਹਿੰਦਾ ਹੈ। ਅਸੀਸ ਬਖਸ਼ੋ, ਸਦਾ ਗੁਰਮਤਿ ਦੇ ਗਾਡੀ ਰਾਹ ਤੇ ਚੱਲ ਕੇ ਜੀਵਨ ਨੂੰ ਸਫਲ ਕੀਤਾ ਜਾਵੇ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ